अजी मंजिल उनको मिलती है जिनके सपनों में जान होती। मंजिल उनको मिलती है जिनके सपनों में जान होती है। पंखों से कुछ नहीं होता, हौसलों से उड़ान होती। नमस्कार, आदाब, सत श्री अकाल। ਤਾਂ ਤੁਹਾਡਾ ਸਭ ਦਾ ਤੁਹਾਡੇ ਸਭ ਦੇ ਪਿਆਰੇ YouTube ਪਲੇਟਫਾਰਮ ਤੇ ਵੈਲਕਮ ਕਰਦੇ ਆ। ਤਾਂ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਹਿਸਟਰੀ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਜਿੰਨੇ ਵੀ ਪੰਜਾਬ ਦੇ ਅੱਗੇ ਗਵਰਨਮੈਂਟ ਐਗਜ਼ਾਮ ਆਉਣ ਵਾਲੇ ਆ, ਚਾਹੇ ਤੁਸੀਂ ਪੰਜਾਬ ਤੋਂ ਇਲਾਵਾ ਕੋਈ ਵੀ ਅਨਦਰ ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ ਦਾ ਕੋਈ ਵੀ ਐਗਜ਼ਾਮ ਦੇਣਾ, ਏ ਗ੍ਰੇਡ ਤੋਂ ਲੈ ਕੇ ਬੀ ਸੀ ਡੀ ਗ੍ਰੇਡ ਤੱਕ ਜਿੰਨੇ ਵੀ ਇੰਪੋਰਟੈਂਟ ਐਗਜ਼ਾਮ ਆ ਉਹਨਾਂ ਸਾਰਿਆਂ ਵਾਸਤੇ ਇੱਕ ਇੱਕ ਸੈਸ਼ਨ ਮੋਸਟ ਇੰਪੋਰਟੈਂਟ ਟੌਪਿਕ ਆ ਜਿਹੜਾ ਹਿਸਟਰੀ ਦਾ ਲੈ ਕੇ ਆਇਆ। ਇਹਦੇ ਵਿੱਚੋਂ ਜਿਹੜੇ ਟੌਪਿਕ ਮੈਂ ਚੂਜ਼ ਕੀਤੇ ਆ ਮੋਸਟ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਰਿਪੀਟਡ ਕੁਐਸਚਨ ਆ ਉਹ ਚੂਜ਼ ਕੀਤੇ ਆ। ਤੇ ਚੱਲਦੇ ਆ ਜੀ ਆਪਾਂ ਆਪਣੇ ਜਿਹੜੇ ਪਿਆਰੇ ਪਿਆਰੇ ਸੈਸ਼ਨ ਦੇ ਉੱਤੇ। ਬਸ ਤੁਸੀਂ ਕਰਨਾ ਚੈਨਲ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੇ ਘੰਟੀਆਂ ਵਜਾਉਣੀਆਂ, ਠੀਕ ਹੈ। ਆ ਜਿਹੜਾ ਕੰਮ ਆ ਮੋਸਟ ਇੰਪੋਰਟੈਂਟ ਆ, ਜਿਹੜਾ ਇਹ ਤੁਹਾਡਾ ਜਿਹੜਾ ਜ਼ਰੂਰੀ ਆ, ਠੀਕ ਹੈ। ਇਹ ਸ਼ੇਅਰ ਵਾਲਾ ਕੰਮ ਤੁਸੀਂ ਕਰ ਦਿਆ ਕਰੋ, ਠੀਕ ਹੈ ਜੀ। ਚਲੋ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ, ਆਪਣਾ ਚੱਲਦੇ ਆ ਜੀ ਪਹਿਲੇ ਨੰਬਰ ਕੁਐਸਚਨ ਤੇ, ਠੀਕ ਹੈ ਜੀ। ਕੁਐਸਚਨ ਨੰਬਰ ਪਹਿਲੇ ਸਕਰੀਨ ਤੇ ਤੁਹਾਡੀ ਤੇ ਸਟਾਰਟ ਕਰੋ ਪੜ੍ਹਨਾ। ਕਹਿੰਦੇ ਜੀ ਤੱਤ ਬੋਧਨੀ ਸਭਾ ਜਿਹੜੀ ਇਹ ਐਸਟੈਬਲਿਸ਼ ਕੀਤੀ ਗਈ ਸੀ ਕਿਹਦੇ ਦੁਆਰਾ? ਧਿਆਨ ਰੱਖਿਓ, ਤੱਤ ਬੋਧਨੀ ਸਭਾ ਜੀ ਇਹ ਕੀਤੀ ਗਈ ਸੀ ਐਸਟੈਬਲਿਸ਼ਡ ਦਵਿੰਦਰ ਨਾਥ ਟੈਗੋਰ ਜੀ ਦੁਆਰਾ। ਧਿਆਨ ਰੱਖਿਓ ਕਿਹਨਾਂ ਦੁਆਰਾ? ਦਵਿੰਦਰ ਨਾਥ ਟੈਗੋਰ। ਦਵਿੰਦਰ ਨਾਥ ਟੈਗੋਰ ਕੌਣ ਜੀ ਆ? ਕੌਣ ਆ ਇਹ? ਫਾਦਰ ਆਫ ਰਵਿੰਦਰ ਨਾਥ ਟੈਗੋਰ ਆ। ਇਹ ਚੀਜ਼ ਧਿਆਨ ਰੱਖਣੀ ਆ। ਇਹਨਾਂ ਨੇ ਇਹ ਜਿਹੜੀ ਸਥਾਪਨਾ ਇਹਦੀ ਕੀਤੀ ਸੀ 1839 ਈਸਵੀ ਵਿੱਚ ਕੀਤੀ, ਠੀਕ ਹੈ। ਤੇ ਬਟ ਪਹਿਲਾਂ ਇਹਦੀ ਜਿਹੜੀ 1839 ਤੇ 1828 ਦੇ ਵਿੱਚ ਜਿਹੜੇ ਰਾਜਾ ਰਾਮ ਮੋਹਨ ਸਾਹਿਬ ਸੀਗੇ ਇਹਨਾਂ ਨੇ ਕੀਤੀ ਸੀ ਬ੍ਰਹਮੋ ਸਮਾਜ ਦੀ ਸਭ। ਤਾਂ ਇਹ ਦੋਨੇ ਧਿਆਨ ਰੱਖਣੇ ਆ। ਦਵਿੰਦਰ ਨਾਥ ਟੈਗੋਰ ਧਿਆਨ ਰੱਖਿਓ ਇਹ ਪਹਿਲੇ ਇਹੋ ਜਿਹੇ ਮੈਂਬਰ ਸੀ ਜਿਹੜੇ ਏਸ਼ੀਆਟਿਕ ਸੁਸਾਇਟੀ ਦੇ ਮੈਂਬਰ ਸੀਗੇ। ਪਹਿਲੇ ਅਜਿਹੇ ਪਰਸਨ ਜਿਹੜੇ ਕੀ ਆ ਏਸ਼ੀਆਟਿਕ ਸੁਸਾਇਟੀ ਦੇ ਮੈਂਬਰ ਸੀ। ਦੇਖੋ ਏਸ਼ੀਆਟਿਕ ਸੁਸਾਇਟੀ ਦਾ ਕੰਮ ਕੀ ਹੁੰਦਾ ਸੀ? ਇਹਨਾਂ ਨੇ ਇੰਗਲਿਸ਼ ਦੀਆਂ ਬੁੱਕਸ ਨੂੰ ਚੇਂਜ ਕਰਨਾ ਹੁੰਦਾ ਸੀ ਹਿੰਦੀ ਦੇ ਵਿੱਚ, ਤੇ ਜਿਹੜੀਆਂ ਹਿੰਦੀ ਦੀਆਂ ਬੁੱਕਸ ਹੁੰਦੀਆਂ ਸੀ ਉਹਨਾਂ ਨੂੰ ਟ੍ਰਾਂਸਲੇਸ਼ਨ ਕਰਨੀ ਹੁੰਦੀ ਸੀ ਇੰਗਲਿਸ਼ ਦੇ ਵਿੱਚ। ਇਹ ਸਾਰੇ ਇੰਪੋਰਟੈਂਟ ਕੁਐਸਚਨ ਦਵਿੰਦਰ ਨਾਥ ਟੈਗੋਰ ਜੀ ਤੋਂ ਬਣਦੇ ਆ। ਅੱਗੇ ਹੋਰ ਇੰਪੋਰਟੈਂਟ ਜਿਹੜੀਆਂ ਆਪਾਂ ਮੂਵਮੈਂਟਸ ਦੇਖ ਲੈਂਦੇ ਆ। ਕਿਹੜੀ ਮੂਵਮੈਂਟ ਕਦੋਂ ਸਟਾਰਟ ਕੀਤੀ? ਦੇਖੋ ਯੰਗ ਬੰਗਾਲ ਮੂਵਮੈਂਟ ਆ। ਯੰਗ ਬੰਗਾਲ ਮੂਵਮੈਂਟ ਆ ਜਿਹੜੀ ਇਹਦੀ ਸ਼ੁਰੂਆਤ ਆ ਜਿਹੜੀ ਇਹ ਹੈਨਰੀ ਵਿਵਾਨ ਨੇ ਕੀਤੀ ਸੀ। ਹੈਨਰੀ ਵਿਵਾਨ ਨੇ ਕੀਤੀ ਸੀ 1826 ਤੋਂ ਸਟਾਰਟ ਹੋ ਕੇ 1831 ਤੱਕ ਇਹ ਮੂਵਮੈਂਟ ਚੱਲੀ ਸੀ। ਪ੍ਰਾਰਥਨਾ ਸਮਾਜ, ਦੇਖੋ ਪ੍ਰਾਰਥਨਾ ਆਪਾਂ ਕਿਵੇਂ ਕਰਦੇ ਹਾਂ? ਪ੍ਰਾਰਥਨਾ ਕਿਤੇ ਦਿਲ ਅੰਤਰ ਆਤਮਾ ਤੋਂ ਕੀਤੀ ਜਾਂਦੀ ਹੈ। ਅੰਤਰ ਆਤਮਾ ਤੋਂ ਕੀਤੀ ਜਾਂਦੀ ਹੈ ਤਾਂ ਬਸ ਧਿਆਨ ਰੱਖਿਓ ਆਤਮਾ ਰਾਮ ਪਾਂਡੂ ਰਾਮ ਇਹਨੇ ਕੀਤੀ ਸੀ ਆਪਣਾ। ਇਹਦੇ ਨਾਲ ਇੱਕ ਪਰਸਨ ਹੋਰ ਸੀ ਐਮ ਜੀ ਰਨਾਡੇ, ਜਿਹਨੂੰ ਗੋਬਿੰਦ ਰਨਾਡੇ ਵੀ ਬੋਲ ਦਿੰਦੇ ਆ, ਠੀਕ ਹੈ, 1867 ਦੇ ਵਿੱਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਵਾਮੀ ਦਇਆਨੰਦ ਸਰਸਵਤੀ ਜੀ ਨੇ 1875 ਈਸਵੀ ਵਿੱਚ ਆਰਿਆ ਸਮਾਜ ਦੀ ਸਥਾਪਨਾ ਕੀਤੀ। ਮੋਸਟ ਇੰਪੋਰਟੈਂਟ ਆ ਜੀ ਆਰਿਆ ਸਮਾਜ ਦੀ ਸਥਾਪਨਾ ਸਵਾਮੀ ਦਇਆਨੰਦ ਸਰਸਵਤੀ। ਨੈਕਸਟ ਗੱਲ ਕਰਦੇ ਹਾਂ ਸत्य ਸ਼ੋਧਕ ਸਮਾਜ। ਧਿਆਨ ਰੱਖਿਓ ਸत्य ਸ਼ੋਧਕ ਸਮਾਜ ਆ ਜਿਹੜਾ ਇਹਦੀ ਸਥਾਪਨਾ ਜੋਤੀਬਾ ਰਾਓ ਫੂਲੇ ਦੁਆਰਾ ਕੀਤੀ ਗਈ ਸੀ ਮਹਾਰਾਸ਼ਟਰ ਦੇ ਵਿੱਚ 1873 ਈਸਵੀ ਵਿੱਚ। ਇਹ ਸਾਰੀਆਂ ਇੰਪੋਰਟੈਂਟ ਜਿਹੜੀਆਂ ਧਿਆਨ ਰੱਖਿਓ ਮੂਵਮੈਂਟਸ ਇੰਪੋਰਟੈਂਟ ਨੇ ਸਾਰੀਆਂ। ਨੈਕਸਟ ਪ੍ਰਸ਼ਨ ਤੇ ਆਜੋ ਜੀ, ਆਜੋ ਜਲਦੀ। ਪ੍ਰਸ਼ਨ ਕੀ ਕਹਿੰਦਾ? ਕਹਿੰਦਾ ਜੀ ਵਟ ਵਾਸ ਦਾ ਇਫੈਕਟਿਵ ਡੇਟ ਆਫ ਦਾ ਪਾਰਟੀਸ਼ਨ ਆਫ ਬੰਗਾਲ। ਦੇਖੋ ਪਾਰਟੀਸ਼ਨ ਆਫ ਬੰਗਾਲ ਆਪਾਂ ਸਾਰਿਆਂ ਨੂੰ ਪਤਾ ਕਿ 1905 ਦੇ ਵਿੱਚ ਹੋਈ ਹੈ, 1905। ਇਹ ਪਾਰਟੀਸ਼ਨ ਆਫ ਬੰਗਾਲ ਕੀਤੀ ਕਿੰਨੇ ਸੀਗੀ? ਲਾਰਡ ਕਰਜ਼ਨ ਨੇ। ਲਾਰਡ ਕਰਜ਼ਨ ਨੇ। ਦੇਖੋ ਜਿਹੜਾ ਬੰਗਾਲ ਸੀ, ਬੰਗਾਲ ਦੇ ਦੋ ਹਿੱਸੇ ਕਰ ਦਿੱਤੇ ਗਏ ਸੀ। ਇਹਨੂੰ ਬਣਾਤਾ ਸੀ ਈਸਟ ਬੰਗਾਲ, ਇਹਨੂੰ ਬਣਾਤਾ ਸੀ ਵੈਸਟ ਬੰਗਾਲ, ਠੀਕ ਹੈ ਜੀ। ਵੈਸਟ ਬੰਗਾਲ ਵਾਲਾ ਪਾਸਾ ਜਿਹੜਾ ਐਟ ਪ੍ਰੈਜ਼ੈਂਟ ਇੰਡੀਆ ਦੇ ਵਿੱਚ ਆ, ਤੇ ਈਸਟ ਬੰਗਾਲ ਵਾਲਾ ਪਾਸਾ ਇਹਨੂੰ ਅੱਜ ਕੱਲ ਇਹ ਬਣ ਗਿਆ ਬੰਗਲਾਦੇਸ਼, ਠੀਕ ਹੈ ਜੀ। ਬੰਗਲਾਦੇਸ਼ ਅੱਜ ਕੱਲ ਇਹਦਾ ਪ੍ਰੈਜ਼ੈਂਟ ਨਾਮ। ਨੈਕਸਟ ਬੰਗਲਾਦੇਸ਼ ਦੀ ਜਿਹੜੀ ਕੈਪੀਟਲ ਆ ਇਹਦਾ ਧਿਆਨ ਰੱਖਿਓ ਢਾਕਾ ਕੈਪੀਟਲ ਬਣ ਗਈ ਹੈ, ਠੀਕ ਹੈ। ਹੁਣ ਗੱਲ ਕਰਦੇ ਜੀ, ਕਹਿੰਦੇ ਇਹਦੀ ਜਿਹੜੀ ਪਾਰਟੀਸ਼ਨ ਹੈ ਇਹ ਹੋਈ ਕਦੋਂ ਸੀ? ਐਗਜ਼ੈਕਟਲੀ ਡੇਟ ਪੁੱਛ ਲਈ ਆਪਣੇ ਤੋਂ। ਧਿਆਨ ਰੱਖਿਓ 16 ਅਕਤੂਬਰ 1905 ਵਿੱਚ ਪਾਰਟੀਸ਼ਨ ਹੋਈ ਸੀ। ਇਹਦੇ ਵਿੱਚੋਂ ਗੱਲ ਕਰਦੇ ਆ, ਕਹਿੰਦੇ ਜਿਹੜੀ ਅਨਾਉਂਸਮੈਂਟ ਆ ਇਹ 16 ਅਕਤੂਬਰ ਨੂੰ ਹੋਈ ਸੀ 1905 ਦੇ ਵਿੱਚ, ਬਟ ਜਿਹੜੀ ਐਕਚੁਅਲ ਪਾਰਟੀਸ਼ਨ ਹੈ ਉਹ 1905 ਦੇ ਵਿੱਚ ਕੰਪਲੀਟ ਹੋ ਗਈ ਸੀ, ਠੀਕ ਹੈ ਜੀ। ਇਹ ਤੁਸੀਂ ਇੰਪੋਰਟੈਂਟ ਪੁਆਇੰਟ ਧਿਆਨ ਰੱਖਣੇ, ਠੀਕ ਹੈ ਜੀ। ਹਾਂਜੀ ਅਨਾਉਂਸਮੈਂਟ ਹੋਈ ਸੀ 19 ਜੁਲਾਈ ਨੂੰ। ਆ ਸਾਰੀ ਇੱਕ ਮਿੰਟ ਦੇ ਦੇਣਾ, ਦੁਬਾਰਾ ਦੇਖ ਲਓ, ਧਿਆਨ ਦਿਓ ਜੀ। ਕਹਿੰਦੇ ਜਿਹੜੀ ਅਨਾਉਂਸਮੈਂਟ ਕੀਤੀ ਗਈ ਸੀ, ਅਨਾਉਂਸਮੈਂਟ ਆ ਜਿਹੜੀ ਇਹ 19 ਜੁਲਾਈ 1905 ਨੂੰ ਕੀਤੀ ਗਈ ਸੀ, ਬਟ ਐਕਚੁਅਲ ਦੇ ਵਿੱਚ ਪਾਰਟੀਸ਼ਨ ਹੋ ਗਈ 16 ਅਕਤੂਬਰ 1905 ਨੂੰ। ਇਹ ਸਾਰੇ ਇੰਪੋਰਟੈਂਟ ਫੈਕਟ ਨੇ, ਫੈਕਚੁਅਲ ਪੁਆਇੰਟ ਨੇ, ਤੁਸੀਂ ਕਰਕੇ ਰੱਖਣਾ। ਕਹਿੰਦੇ ਜੀ ਕੈਪੀਟਲ ਆਫ ਚਾਲੁਕਿਆ ਵੰਸ਼ ਦੀ ਰਾਜਧਾਨੀ ਕਿਹੜੀ ਸੀ?
ਧਿਆਨ ਰੱਖਿਓ ਜੀ, ਚਲੂਕਿਆ ਦੀ ਜਿਹੜੀ ਰਾਜਧਾਨੀ ਸੀ ਇਹ ਸੀ ਐਹੋਲ। ਐਹੋਲ ਆ ਜਿਹੜੀ ਉਹ ਰਾਜਧਾਨੀ ਬਣਾਈ ਗਈ ਸੀ ਚਲੂਕਿਆ। ਗੱਲ ਕਰ ਲੈਣ ਚਲੂਕਿਆ ਵੰਸ਼ ਦੀ, ਜਿਹੜੇ ਚਾਲੁਕਿਆ ਵੰਸ਼ ਸੀ ਇਹਦੇ ਫਾਊਂਡਰ ਸੀਗੇ ਪੁਲਾਕੇਸਿਨ I। ਪੁਲਾਕੇਸਿਨ I ਨੇ ਚਾਲੁਕਿਆ ਵੰਸ਼ ਨੂੰ ਫਾਊਂਡਰ ਕੀਤਾ ਸੀ। ਧਿਆਨ ਰੱਖਿਓ ਇਹਨਾਂ ਦੀ ਇੱਕ ਕੈਪੀਟਲ ਹੋਰ ਹੁੰਦੀ ਸੀ, ਇਹਨੂੰ ਬਦਾਮੀ ਵੀ ਕਹਿੰਦੇ ਸੀ। ਧਿਆਨ ਰੱਖਣਾ, ਬਦਾਮੀ ਇਹਨਾਂ ਦੀ ਕੀ ਸੀ, ਦੂਜੀ ਕੈਪੀਟਲ ਸੀ। ਜਿਹੜਾ ਕੀਰਤੀਵਰਮਨ ਸੈਕੰਡ ਰਾਜਾ ਸੀ, ਇਹ ਲਾਸਟ ਰੂਲਰ ਸੀ ਚਲੂਕਿਆ ਦਾ। ਲਾਸਟ ਰੂਲਰ ਚਲੂਕਿਆ ਦਾ ਕੌਣ ਸੀ, ਕੀਰਤੀਵਰਮਨ। ਤੇ ਪਹਿਲੀ ਗੱਲ ਕਰਦੇ ਹਾਂ ਪੁਲਾਕੇਸਿਨ I। ਇਹ ਸਾਰੇ ਇੰਪੋਰਟੈਂਟ ਧਿਆਨ ਰੱਖਣੇ। ਚਲੋ ਜੀ ਅਗਲਾ ਪ੍ਰਸ਼ਨ। ਨੈਕਸਟ ਪ੍ਰਸ਼ਨ ਕੀ ਕਹਿੰਦਾ, ਕਹਿੰਦਾ ਜੀ ਭਾਰਤੀ ਰਾਸ਼ਟਰੀ ਝੰਡਾ ਇਹਨੂੰ ਕਦੋਂ ਅਪਣਾਇਆ ਗਿਆ? ਡੇਟ ਪੁੱਛ ਲਈ। ਦੇਖੋ ਭਾਰਤੀ ਜਿਹੜਾ ਰਾਸ਼ਟਰੀ ਝੰਡਾ ਇਹਦੀ ਜਿਹੜੀ ਡੇਟ ਹੈਗੀ ਆ ਜੀ 22 ਜੁਲਾਈ 1947। 22 ਜੁਲਾਈ 1947 ਨੂੰ ਕੀ ਆਪਣਾ ਜਿਹੜਾ ਤਿਰੰਗਾ ਝੰਡਾ ਇਹਨੂੰ ਕੀ ਆ ਅਡੋਪਟੇਸ਼ਨ ਕੀਤੀ ਗਈ ਆ। ਤਿਰੰਗੇ ਝੰਡੇ ਦੇ ਵਿੱਚ ਜੀ ਤੇ ਟਰਾਈ ਕਲਰ ਆ, ਇਹਦੇ ਵਿੱਚ ਕੀ ਆ 24 ਤੀਲੀਆਂ। ਆ ਸਪੋਕਸ ਕਿੰਨੀਆਂ ਇਹਦੇ ਵਿੱਚ, ਸਪੋਕਸ ਦੀ ਗੱਲ ਕਰੀਏ ਤਾਂ ਕਿੰਨੀਆਂ ਤੀਲੀਆਂ ਜੀ 24 ਤੀਲੀਆਂ। ਧਿਆਨ ਰੱਖਣੀਆਂ ਸਾਰੀਆਂ। ਨੈਕਸਟ ਗੱਲ ਕਰਦੇ ਆ ਜਿਹੜਾ ਤਿਰੰਗਾ ਝੰਡਾ ਇਹਦੀ ਰੇਸ਼ੀਓ ਹੈਗੀ ਆ 2:3। ਤਿਰੰਗੇ ਝੰਡੇ ਦਾ ਜਿਹੜਾ ਡਿਜ਼ਾਈਨਰ ਆ, ਆਰਕੀਟੈਕਚਰ ਆ, ਉਹ ਡਿਜ਼ਾਈਨ ਕੀਤਾ ਸੀ ਪਿੰਗਲੀ ਵੈਨਕਈਆ ਨੇ। ਧਿਆਨ ਰੱਖਿਓ ਕਿਹਨੇ ਡਿਜ਼ਾਈਨ ਕੀਤਾ ਸੀ, ਪਿੰਗਲੀ ਵੈਨਕਈਆ ਨੇ ਡਿਜ਼ਾਈਨ ਕੀਤਾ। ਹੁਣ ਜਿਹੜੇ ਪਿੰਗਲੀ ਵੈਨਕਈਆ ਇੱਕ ਤੋਂ ਬਿਲੋਂਗ ਕਰਦੇ ਸੀ, ਤਾਂ ਧਿਆਨ ਰੱਖਣਾ ਇਹ ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੇ। ਕਲੀਅਰ ਆ ਜੀ। ਨੈਕਸਟ ਗੱਲ ਕਰਦੇ ਆ ਤਿਰੰਗੇ ਝੰਡੇ ਵਾਸਤੇ ਇੱਕ ਫਲੈਗ ਕਮੇਟੀ ਵੀ ਬਣਾਈ ਗਈ ਸੀ। ਫਲੈਗ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਉਹ ਸੀਗੇ ਰਜਿੰਦਰ ਪ੍ਰਸਾਦ। ਇਹ ਵੀ ਧਿਆਨ ਰੱਖਣਾ, ਰਜਿੰਦਰ ਪ੍ਰਸਾਦ ਸੀਗੇ ਇਹ ਫਲੈਗ ਕਮੇਟੀ ਦੇ ਚੇਅਰਮੈਨ ਵੀ ਰਹੇ। ਠੀਕ ਹੈ ਜੀ, ਆਹ ਸਾਰੇ ਇੰਪੋਰਟੈਂਟ ਪੁਆਇੰਟ ਆ ਤਿਰੰਗੇ ਝੰਡੇ ਤੋਂ, ਇਹ ਤੁਸੀਂ ਯਾਦ ਰੱਖਣੇ ਆ। ਤੇ ਹੋਰ ਇੰਪੋਰਟੈਂਟ ਪੁਆਇੰਟ ਦੇ ਦੇਣਾ ਮੈਂ ਤੁਹਾਨੂੰ ਕੱਢ ਕੇ, ਆ ਚੱਕੋ। ਕਹਿੰਦੇ ਜਿਹੜਾ ਤਿਰੰਗਾ ਝੰਡਾ ਸੀ ਇਹ 22 ਅਗਸਤ 1907 ਨੂੰ ਪਹਿਲੀ ਵਾਰ ਮੈਡਮ ਬਖਜੀ ਕਾਮਾ ਨੇ ਕੀ ਕੀਤਾ ਸੀ, ਫਸਟ ਟਾਈਮ ਇਹ ਬਾਹਰਲੇ ਦੇਸ਼ ਦੀ ਧਰਤੀ ਤੇ ਇੰਡੀਅਨ ਫਲੈਗ ਆ ਜਿਹੜਾ ਉਹ ਲਹਿਰਾਇਆ ਸੀ। ਇਹ ਲਹਿਰਾਇਆ ਸੀ ਜਰਮਨੀ ਦੇ ਵਿੱਚ। ਧਿਆਨ ਰੱਖਿਓ ਵਿਦੇਸ਼ ਦੀ ਧਰਤੀ ਵਿੱਚ ਸਭ ਤੋਂ ਪਹਿਲਾਂ ਜਿਹੜਾ ਭਾਰਤੀ ਝੰਡਾ ਫਹਿਰਾਇਆ ਗਿਆ ਸੀ ਉਹ 1907 ਦੇ ਵਿੱਚ ਫਹਿਰਾਇਆ ਗਿਆ ਸੀ ਐਟ ਜਰਮਨੀ। ਇਹ ਵੀ ਤੁਸੀਂ ਪੁਆਇੰਟ ਨੋਟ ਕਰਕੇ ਰੱਖਣਾ। ਠੀਕ ਹੈ ਜੀ, ਆਹ ਜਿੰਨੇ ਵੀ ਪੁਆਇੰਟ ਹੁੰਦੇ ਆ ਨਾ ਸਾਰੇ ਇੰਪੋਰਟੈਂਟ ਹੁੰਦੇ ਆ, ਤੇ ਤੁਸੀਂ ਸਾਰੇ ਇੰਪੋਰਟੈਂਟ ਪੁਆਇੰਟ ਨੋਟ ਕਰਦੇ ਜਾਇਆ ਕਰੋ। ਨੈਕਸਟ ਪ੍ਰਸ਼ਨ ਤੇ ਚੱਲਦੇ ਆ ਜੀ, ਆ ਜਾਓ ਅਗਲਾ ਪ੍ਰਸ਼ਨ ਕੀ ਕਹਿੰਦਾ ਜੀ। ਖਤੌਲੀ ਦੀ ਗੱਲ ਕਰਦਾ, ਬੈਟਲ ਆਫ ਖਤੌਲੀ ਕਹਿੰਦੇ 1517 ਦੇ ਵਿੱਚ ਹੋਈ ਆ। ਠੀਕ ਹੈ ਜੀ, ਕਹਿੰਦੇ ਕਿੰਦੇ ਵਿੱਚ ਕਰ ਰਹੀ ਆ, ਰਾਣਾ ਸਾਂਗਾ ਆਫ ਮੇਵਾੜ ਤੇ ਡਿਫੀਟਡ ਦਾ ਸੁਲਤਾਨ ਆਫ ਦਿੱਲੀ। ਦੇਖੋ ਇੱਕ ਪਾਸੇ ਸੀਗਾ ਜੀ ਆਪਣਾ ਰਾਣਾ ਸਾਂਗਾ ਜੀ, ਠੀਕ ਹੈ, ਰਾਣਾ ਸਾਂਗਾ ਜੀ ਸੀ ਇੱਕ ਪਾਸੇ, ਤੇ ਦੂਜੇ ਵਾਲੇ ਪਾਸੇ ਪੁੱਛਿਆ ਤਾਂ ਧਿਆਨ ਰੱਖਿਓ 1517 ਦੀ ਗੱਲ ਹੋ ਰਹੀ ਹੈ। 1517 ਦੀ 1517 ਦੇ ਵਿੱਚ ਗੱਦੀ ਤੇ ਬੈਠਾ ਹੋਇਆ ਸੀ ਕੌਣ, ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਨਾਲ ਜਦੋਂ ਇਹ ਬੈਟਲ ਹੋਈ ਸੀ, ਇਸ ਬੈਟਲ ਦੇ ਵਿੱਚ ਜਿਹੜਾ ਰਾਣਾ ਸਾਂਗਾ ਸੀਗਾ ਉਹਨੂੰ ਹਰਾ ਦਿੱਤਾ ਗਿਆ ਸੀ ਤੇ ਇਬਰਾਹਿਮ ਲੋਧੀ ਇਸ ਬੈਟਲ ਜਿੱਤ ਗਿਆ ਸੀ। ਜਿਸ ਤੋਂ ਬਾਅਦ ਰਾਣਾ ਸੰਗਰਾਮ ਨੇ ਤੇ ਇੱਕ ਸੀਗਾ ਬੰਦਾ ਦੌਲਤ ਖਾਨ ਲੋਧੀ। ਧਿਆਨ ਰੱਖਿਓ ਦੌਲਤ ਖਾਨ ਲੋਧੀ ਤੇ ਇੱਕ ਸੀਗਾ ਰਾਣਾ ਸਾਂਗਾ, ਇਹਨਾਂ ਦੋਨਾਂ ਨੇ ਮਿਲ ਕੇ, ਧਿਆਨ ਰੱਖਿਓ ਇਹਨਾਂ ਦੋਨਾਂ ਨੇ ਮਿਲ ਕੇ ਬਾਬਰ ਨੂੰ ਇਨਵਾਈਟ ਕੀਤਾ ਸੀ। ਬਾਬਰ ਨੂੰ ਇਨਵਾਈਟ ਕੀਤਾ ਸੀ ਕਦੋਂ ਵੀ ਤੁਸੀਂ ਭਾਰਤ ਵਿੱਚ ਆ ਕੇ ਇਬਰਾਹਿਮ ਲੋਧੀ ਤੋਂ ਗੱਦੀ ਆ ਜਿਹੜੀ ਇਹ ਖੋ ਕੇ ਸਾਨੂੰ ਦੇ ਦਿਓ, ਜੋ ਵੀ ਧਨ ਦੌਲਤ ਆ ਠੀਕ ਹੈ। ਇਹ ਸਾਰੀ ਇਹਨਾਂ ਵਿੱਚ ਸੰਧੀ ਹੋਈ ਸੀ, ਬਟ ਬਾਅਦ ਦੇ ਵਿੱਚ ਕੀ ਹੋਇਆ ਸੀ, ਜਿਹੜਾ ਬਾਬਰ ਉਹਨੇ ਖੁਦ ਰੂਲ ਕਰਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਮਹਾਰਾਣਾ ਸਾਂਗਾ ਨੂੰ ਤੇ ਦੌਲਤ ਖਾਨ ਲੋਧੀ ਨੂੰ ਗੱਡੀ ਚੜਾਤਾ ਸੀ। ਠੀਕ ਹੈ, ਨੈਕਸਟ ਗੱਲ ਕਰਦੇ ਆ ਬਹਿਲੋਲ ਲੋਧੀ। ਬਹਿਲੋਲ ਲੋਧੀ ਲੋਧੀ ਵੰਸ਼ ਦਾ ਫਾਊਂਡਰ ਹੈ। ਠੀਕ ਹੈ, ਤੇ ਇੱਕ ਕੁਐਸਚਨ ਹੋਰ ਇਹਦੇ ਤੋਂ ਬਣਦਾ, ਜਿਹੜਾ ਬਹਿਲੋਲ ਲੋਧੀ ਆ ਇਹ ਦਿੱਲੀ ਸਲਤਨਤ ਦੇ ਵਿੱਚ, ਧਿਆਨ ਰੱਖਣਾ ਦਿੱਲੀ ਸਲਤਨਤ ਦੇ ਵਿੱਚ ਸਭ ਤੋਂ ਵੱਧ ਰੂਲ ਕਰਨ ਵਾਲਾ ਰੂਲਰ ਆ। ਠੀਕ ਹੈ, ਸਭ ਤੋਂ ਲੰਬੇ ਸਮੇਂ ਲਈ ਸਭ ਤੋਂ ਲੰਬੇ ਸਮੇਂ ਲਈ ਰੂਲ ਕਰਨ ਵਾਲਾ ਰੂਲਰ ਦਿੱਲੀ, ਪੂਰੀ ਦਿੱਲੀ ਸਲਤਨਤ ਦੇ ਵਿੱਚ ਜਿੰਨੀ ਵੀ ਚੱਲੀ ਆ, ਦਿੱਲੀ ਸਲਤਨਤ ਚੱਲੀ ਸੀ 1206 ਤੋਂ ਲੈ ਕੇ 1526 ਤੱਕ। ਇਹਦੇ ਵਿਚਕਾਰ ਸਭ ਤੋਂ ਲੰਬੇ ਸਮੇਂ ਲਈ ਰੂਲ ਕਰਨ ਵਾਲਾ ਰੂਲਰ ਸੀ ਬਹਿਲੋਲ। ਇਹ ਤੁਸੀਂ ਧਿਆਨ ਰੱਖਣਾ। ਸਿਕੰਦਰ ਲੋਧੀ, ਧਿਆਨ ਰੱਖਿਓ ਸਿਕੰਦਰ ਲੋਧੀ ਆ ਜਿਹੜਾ ਇਹਨੇ ਇੱਕ ਸ਼ਹਿਰ ਵਸਾਇਆ ਸੀ ਆਗਰਾ। ਆਗਰਾ ਸ਼ਹਿਰ ਮੋਸਟ ਇੰਪੋਰਟੈਂਟ ਸ਼ਹਿਰ ਆ, ਇਹ ਸਿਕੰਦਰ ਲੋਧੀ ਦੁਆਰਾ ਵਸਾਇਆ ਗਿਆ। ਠੀਕ ਹੈ ਜੀ, ਆਹ ਸਾਰੇ ਇੰਪੋਰਟੈਂਟ ਪੁਆਇੰਟ ਆ ਜੋ ਤੁਹਾਨੂੰ ਇਸੇ YouTube ਪਲੇਟਫਾਰਮ ਤੇ ਮਿਲਣਗੇ, ਪੰਜਾਬ 'ਚ ਹੋਰ ਕਿਤੇ ਵੀ ਨਹੀਂ ਮਿਲਣਾ। ਠੀਕ ਹੈ, ਆਹ ਚੀਜ਼ ਆ ਜੀ। ਚਲੋ ਨੈਕਸਟ ਪ੍ਰਸ਼ਨ ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ ਕੀ ਕਹਿ ਰਿਹਾ, ਕਹਿੰਦਾ ਵਿਚ ਵਿਦ ਰਿਵੋਲਟ ਦਾ ਨੇਮਸ ਆਫ ਸਿੱਧੂ ਐਂਡ ਕੰਨੂ ਆਰ ਐਸੋਸੀਏਟਡ। ਕਹਿੰਦੇ ਸਿੱਧੂ ਅਤੇ ਕੰਨੂ ਆ ਜਿਹੜੇ ਇਹ ਬਾਗੀ ਨਾਮ ਜਿਹੜੇ ਜੁੜੇ ਹੋਏ ਆ, ਇਹ ਇਹਨਾਂ ਕਿਹੜੇ ਰਿਵੋਲਟ ਤੋਂ ਬਿਲੋਂਗ ਕਰਦੇ ਆ। ਤਾਂ ਧਿਆਨ ਰੱਖਿਓ ਇਹ ਦੋਨੇ ਜਿਹੜੇ ਮੁੰਡੇ ਸੀਗੇ ਇਹ ਰਿਵੋਲਟ ਤੋਂ ਬਿਲੋਂਗ ਕਰਦੇ ਸੀ। ਕਿਹੜਾ ਸੀ ਰਿਵੋਲਟ, ਧਿਆਨ ਰੱਖਣਾ ਇਹ ਆ ਸੰਥਲ ਰਿਵੋਲਟ। ਸੰਥਲ ਰਿਵੋਲਟ ਆ ਜਿਹੜਾ, ਦੇਖੋ ਸੰਥਲ ਰਿਬੈਲੀਅਨ ਆ ਜਿਹੜਾ
ਇਹ ਜ਼ਮੀਨਦਾਰੀ ਪ੍ਰਥਾ ਦੇ ਖਿਲਾਫ ਆਇਆ ਸੀ, ਅੰਗਰੇਜ਼ਾਂ ਦੇ ਖਿਲਾਫ ਆਇਆ ਸੀ। ਅੰਗਰੇਜ਼ਾਂ ਨੇ ਜ਼ਮੀਨਦਾਰੀ ਪ੍ਰਥਾ ਜਿਹੜੇ ਸਿਸਟਮ ਚਾਲੂ ਕੀਤਾ ਸੀ ਉਹਦੇ ਖਿਲਾਫ ਆਇਆ ਸੀ। ਇਹਨਾਂ ਵਿੱਚੋਂ ਗੱਲ ਕਰਦੇ ਆ ਜਿਹੜਾ ਫਸਟ ਪੀਜ਼ੈਂਟ ਰਿਬੈਲੀਅਨ ਆ ਜਿਹੜਾ ਇਹ ਅਕਰ ਕੀਤਾ ਹੋਇਆ ਸੀ ਸਭ ਤੋਂ ਪਹਿਲਾਂ 55 ਤੇ 56 ਦੇ ਵਿੱਚ। ਜਿਹੜੀ ਇਹਦੀ ਗੱਲ ਕਰਦੇ ਆ ਜੀ, ਕਹਿੰਦੇ ਇਹ ਜਿਹੜਾ ਰਿਬੈਲੀਅਨ ਆ ਇਹ ਸਟਾਰਟ ਹੋਇਆ ਸੀ 55 ਤੇ 56 ਦੇ ਵਿੱਚ। ਇਹ ਕਿੱਥੇ ਸਟਾਰਟ ਹੋਇਆ ਸੀ? ਝਾਰਖੰਡ ਦੇ ਵਿੱਚ ਸਟਾਰਟ ਹੋਇਆ ਸੀ। ਇਹਦੇ ਜਿਹੜੇ ਕੁੱਲ ਜਿਹੜੇ 4 ਪਰਸਨ ਆ ਇਹਨੂੰ ਇਸ ਜਿਹੜਾ ਮੂਵਮੈਂਟ ਇਹਨੂੰ ਬਿਲੋਂਗ ਕਰਦੇ ਆ ਸਿੱਧੂ, ਕਾਨੂੰ, ਚੱਡ ਤੇ ਭੈਰਵ। ਠੀਕ ਹੈ, ਸਿੱਧੂ, ਕਾਨੂੰ, ਚੱਡ ਤੇ ਛੰਡ ਤੇ ਭੈਰਵ, ਇਹ 4 ਪਰਸਨ ਆ ਜਿਹੜੇ ਇਹ ਚਾਰੇ ਮੋਸਟ ਇੰਪੋਰਟੈਂਟ ਪਰਸਨ ਨੇ ਜੋ ਇਸ ਟ੍ਰਾਈਬ ਤੋਂ ਬਿਲੋਂਗ ਕਰਦੇ। ਠੀਕ ਹੈ ਜੀ, ਸੰਥਲ ਟ੍ਰਾਈਬ ਤੋਂ। ਅਗਲਾ ਪ੍ਰਸ਼ਨ ਕਹਿੰਦੇ ਜੀ ਹੂ ਅਲੋਂਗ ਵਿਦ ਭਗਤ ਸਿੰਘ। ਭਗਤ ਸਿੰਘ ਦੇ ਨਾਲ ਹੋਰ ਕੌਣ ਸੀ? ਧਿਆਨ ਰੱਖਿਓ, ਜਿਨ੍ਹਾਂ ਨੇ ਕੀ ਕੀਤਾ ਸੀ? ਬੰਬ ਸੁੱਟਤਾ ਸੀ ਕਿੱਥੇ? ਲੈਜਿਸਲੇਟਿਵ ਅਸੈਂਬਲੀ 1929। ਧਿਆਨ ਰੱਖਿਓ 1929 ਦੀ ਗੱਲ ਕਰ ਲੈਂਦੇ ਆ। 1929 ਦੇ ਵਿੱਚ ਭਗਤ ਸਿੰਘ ਦੇ ਨਾਲ ਸੀਗਾ ਬਟੂਕੇਸ਼ਵਰ ਦੱਤ। ਬਟੂਕੇਸ਼ਵਰ ਦੱਤ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਕੀ ਕੀਤਾ ਸੀ? ਜਿਹੜਾ ਬੰਬੇ ਅਸੈਂਬਲੀ ਦੇ ਵਿੱਚ ਕੀ ਆ ਬੰਬ ਸੁੱਟ ਦਿੱਤਾ ਸੀ। ਬਾਅਦ ਦੇ ਵਿੱਚ ਇਹਨਾਂ ਨੂੰ ਇਹ ਇੱਥੇ ਭੱਜੇ ਨਹੀਂ ਸੀਗੇ, ਇਹ ਜਿਹੜਾ ਬੰਬ ਸੁੱਟਿਆ ਸੀ ਉਹ ਸਿਰਫ ਇੱਕ ਡਰਾਉਣ ਵਾਲਾ ਸੀਗਾ, ਨਾ ਕਿ ਉਹ ਕਿਸੇ ਨੂੰ ਹਾਨੀ ਪਹੁੰਚਾਉਣ ਵਾਲਾ। ਉਹ ਬੰਬ ਨੇ ਸਿਰਫ ਇੱਕ ਵੱਡਾ ਸਾਰਾ ਧਮਾਕਾ ਕੀਤਾ ਸੀ ਜਿਹਦੇ ਨਾਲ ਅੰਗਰੇਜ਼ ਫੋਰਸ ਆ ਜਿਹੜੀ ਉਹ ਦਬ ਗਈ ਸੀ, ਡਰ ਗਈ ਸੀ। ਉਸ ਤੋਂ ਬਾਅਦ ਗੱਲ ਕਰਦੇ ਆ 1931 ਦੀ। 1931 ਦੀ ਗੱਲ ਕਰਦੇ ਆ। 1931 ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਇਹਨਾਂ ਤਿੰਨਾਂ ਜਿਹੜੇ ਕ੍ਰਾਂਤੀਕਾਰੀ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਠੀਕ ਹੈ ਜੀ, ਕਿਹੜੇ ਕੇਸ ਦੇ ਵਿੱਚ? ਤਾਂ ਲਾਹੌਰ ਕਨਸਪੀਰੇਸੀ ਕੇਸ। ਠੀਕ ਹੈ, ਲਾਹੌਰ ਕਨਸਪੀਰੇਸੀ ਕੇਸ ਦੇ ਵਿੱਚ ਇਹਨਾਂ ਨੂੰ ਫਾਂਸੀ ਸਜ਼ਾ ਸੁਣਾ ਦਿੱਤੀ ਗਈ ਸੀ। ਕਿਉਂ? ਕਿਉਂਕਿ ਇਹਨਾਂ ਨੇ ਕੈਪਟਨ ਸਕਾਟ ਨੂੰ ਮਾਰਤਾ ਸੀ। ਠੀਕ ਹੈ ਜੀ, ਕੈਪਟਨ ਸਕਾਟ ਨੂੰ ਮਾਰਤਾ ਸੀ, ਇਹ ਧਿਆਨ ਰੱਖਣਾ। ਨੈਕਸਟ ਗੱਲ ਕਰਦੇ ਆ ਭਗਤ ਸਿੰਘ ਦੀ ਇੱਕ ਜਿਹੜੀ ਮੋਸਟ ਇੰਪੋਰਟੈਂਟ ਬੁੱਕ ਹੈ, ਭਗਤ ਸਿੰਘ ਦੀ ਮੋਸਟ ਇੰਪੋਰਟੈਂਟ ਬੁੱਕ ਆ ਵਾਈ ਆਈ ਐਮ ਅਥੀਸਟ। ਵਾਈ ਆਈ ਐਮ ਅਥੀਸਟ ਇਹ ਮੋਸਟ ਇੰਪੋਰਟੈਂਟ ਬੁੱਕ ਆ ਭਗਤ ਸਿੰਘ ਦੀ। ਠੀਕ ਹੈ ਜੀ, ਆਹ ਸਾਰੇ ਇੰਪੋਰਟੈਂਟ ਪੁਆਇੰਟ ਤੁਸੀਂ ਨੋਟ ਕਰਕੇ ਰੱਖੋ। ਨੈਕਸਟ ਪ੍ਰਸ਼ਨ ਕਹਿੰਦੇ ਜੀ ਜਿਹੜਾ ਕੋਨਾਰਕ ਸਨ ਟੈਂਪਲ ਆ ਇਹਦੀ ਲੋਕੇਸ਼ਨ ਕਿਹੜੀ ਸਟੇਟ ਦੇ ਵਿੱਚ? ਤੁਹਾਨੂੰ ਸਭ ਨੂੰ ਪਤਾ ਕੋਨਾਰਕ, ਅੱਜ ਆਪਾਂ ਪਹਿਲਾਂ ਵੀ ਕਲਾਸ ਜਿਹੜੀ ਤੁਸੀਂ ਲਗਾ ਰਹੇ ਹੋ ਮੇਰੀਆਂ ਸਟੈਟਿਕ ਦੀਆਂ, ਤਾਂ ਤੁਹਾਨੂੰ ਸਭ ਨੂੰ ਪਤਾ ਲੱਗ ਜਾਊਗਾ। ਜਿਹੜਾ ਕੋਨਾਰਕ ਸਨ ਟੈਂਪਲ ਆ ਇਹ ਉੜੀਸਾ ਦੇ ਵਿੱਚ ਆ। ਕੋਨਾਰਕ ਸਨ ਟੈਂਪਲ ਨੂੰ ਬਣਾਇਆ ਕਿਹਦੇ ਦੁਆਰਾ ਗਿਆ ਸੀ? ਗੰਗਾ ਵੰਸ਼ ਦੇ ਜਿਹੜਾ ਰਾਜਾ ਸੀ ਨਰਸਿਮਹਾ ਵਰਮਨ। ਧਿਆਨ ਰੱਖਣਾ, ਗੰਗਾ ਵੰਸ਼ ਦੇ ਰਾਜੇ ਨਰਸਿਮਹਾ ਵਰਮਨ ਦੁਆਰਾ ਕੋਨਾਰਕ ਸਨ ਟੈਂਪਲ ਨੂੰ ਬਣਾਇਆ ਗਿਆ ਸੀ। ਠੀਕ ਹੈ ਜੀ, ਲਾਰਡ ਜਗਨਨਾਥ ਟੈਂਪਲ ਤੇ ਲਿੰਗਰਾਜ ਟੈਂਪਲ ਕਿੱਥੇ ਆ? ਇਹ ਵੀ ਉੜੀਸਾ ਦੇ ਵਿੱਚ ਹੀ ਆ। ਠੀਕ ਹੈ ਜੀ, ਉੜੀਸਾ ਦੇ ਵਿੱਚ ਵੀ ਲਾਰਡ ਜਗਨਨਾਥ ਟੈਂਪਲ ਤੇ ਲਿੰਗਰਾਜ ਟੈਂਪਲ। ਰਾਜਸਥਾਨ ਦੇ ਵਿੱਚ ਇੱਕ ਫੇਮਸ ਟੈਂਪਲ ਆ ਜੀ, ਇਹਨੂੰ ਬੋਲਦੇ ਆ ਮਾਊਂਟ ਆਬੂ। ਠੀਕ ਹੈ ਜੀ, ਮਾਊਂਟ ਆਬੂ ਟੈਂਪਲ ਇਹ ਦਿਲਵਾੜਾ ਜੈਨ ਟੈਂਪਲ ਆ ਜੀ। ਠੀਕ ਹੈ ਜੀ, ਦਿਲਵਾੜਾ ਜੈਨ ਟੈਂਪਲ। ਧਿਆਨ ਰੱਖਿਓ ਇਹ ਕਿੱਥੇ ਆ? ਮਾਊਂਟ ਆਬੂ ਰਾਜਸਥਾਨ ਦੇ ਵਿੱਚ ਮੋਸਟ ਫੇਮਸ ਟੈਂਪਲ। ਠੀਕ ਹੈ, ਉਸ ਤੋਂ ਬਾਅਦ ਐਲੀਫੈਂਟਾ ਦੀਆਂ ਗੁਫਾਵਾਂ ਤੇ ਐਲੋਰਾ ਦੀਆਂ ਗੁਫਾਵਾਂ। ਐਲੀਫੈਂਟਾ ਤੇ ਐਲੋਰਾ ਦੀਆਂ ਗੁਫਾਵਾਂ ਦੋਨੇ ਕਿੱਥੇ ਮਿਲੀਆਂ? ਮਹਾਰਾਸ਼ਟਰ ਦੇ। ਠੀਕ ਹੈ, ਪੋਂਗਲ ਤਾਮਿਲਨਾਡੂ ਦਾ ਇੱਕ ਫੇਮਸ ਡਾਂਸ ਹੈ, ਤਿਉਹਾਰ ਆ ਪੋਂਗਲ। ਠੀਕ ਹੈ, ਇਹ ਵੀ ਤੁਸੀਂ ਧਿਆਨ ਰੱਖਣਾ। ਚਲੋ ਜੀ ਨੈਕਸਟ ਪ੍ਰਸ਼ਨ ਤੇ ਚੱਲਦੇ ਹਾਂ ਜੀ। ਨੈਕਸਟ ਪ੍ਰਸ਼ਨ ਕੀ ਕਹਿ ਰਿਹਾ? ਆਨਸਰ ਕਰਨ ਦੀ ਕੋਸ਼ਿਸ਼। ਪ੍ਰਸ਼ਨ ਕੀ ਕਹਿ ਰਿਹਾ? ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜੀ ਨਦੀ ਦੇ ਕਿਨਾਰੇ ਜਿਹੜੇ ਭਗਵਾਨ ਮਹਾਵੀਰ ਜੀ ਸੀ ਇਹਨਾਂ ਨੂੰ ਕੈਵਲਿਆ ਯਾਨੀ ਕਿ ਗਿਆਨ ਦੀ ਪ੍ਰਾਪਤੀ ਹੋਈ? ਧਿਆਨ ਰੱਖਿਓ, ਭਗਵਾਨ ਮਹਾਵੀਰ ਜੀ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਆ, ਐਨਲਾਈਟਮੈਂਟ ਆ, ਇਹ ਰਿਜੂਪੱਲਿਕਾ ਨਦੀ ਦੇ ਕਿਨਾਰੇ ਹੋਈ ਸੀ। ਧਿਆਨ ਰੱਖਣਾ ਕਿੱਥੇ ਹੋਈ ਸੀ? ਰਿਜੂਪੱਲਿਕਾ ਨਦੀ ਦੇ ਕਿਨਾਰੇ। ਏਜ ਇਹਨਾਂ ਦੀ ਸੀ 42 ਸਾਲ ਦੀ ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਆ। ਤੇ ਇਹ ਟਰੀ ਕਿਹੜਾ ਸੀ? ਟਰੀ ਧਿਆਨ ਰੱਖਣਾ ਸਾਲ ਦਾ ਦਰਖਤ। ਧਿਆਨ ਰੱਖਣਾ ਮੋਸਟ ਇੰਪੋਰਟੈਂਟ ਆ ਜੀ, ਸਾਲ ਦਾ ਦਰਖਤ ਜਿਹੜੇ ਗੌਤਮ ਬੁੱਧ ਸੀ ਉਹਨਾਂ ਨੂੰ ਬੋਧ ਗਿਆ ਦੇ ਵਿੱਚ ਹੋਈ ਸੀ। ਠੀਕ ਹੈ ਜੀ, ਬੋਧ ਗਿਆ ਦੇ ਵਿੱਚ ਹੋਈ ਸੀ, ਉਹ ਬੋਧੀ ਟਰੀ ਸੀਗਾ। ਠੀਕ ਹੈ, ਉਹ ਬੋਧੀ ਟਰੀ ਆ। ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਸਾਰਨਾਥ, ਬੋਧ ਗਿਆ ਉੱਤਰ ਪ੍ਰਦੇਸ਼। ਬੋਧ ਗਿਆ ਉੱਤਰ ਪ੍ਰਦੇਸ਼ ਚ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਤੇ ਮਹਾਵੀਰ ਜੀ ਨੂੰ ਗਿਆਨ ਦੀ ਪ੍ਰਾਪਤੀ ਸਾਲ ਦੇ ਟਰੀ ਦੇ ਨੀਚੇ ਰਿਜੂਪੱਲਿਕਾ ਨਦੀ ਦੇ ਕਿਨਾਰੇ ਜਿੰਬੀਕਾਮ ਡਿਸਟ੍ਰਿਕਟ ਬਿਹਾਰ ਦੇ ਵਿੱਚ ਹੋਈ। ਆਹ ਸਾਰੇ ਇੰਪੋਰਟੈਂਟ ਪੁਆਇੰਟ ਨੇ, ਤੁਸੀਂ ਨੋਟ ਕਰਕੇ ਰੱਖਣਾ। ਭਗਵਾਨ ਬੁੱਧ ਜੀ ਦੇ ਵੀ ਰੱਖਣੇ ਆ ਤੇ ਧਿਆਨ ਮਹਾਵੀਰ ਜੀ ਦਾ ਰੱਖਣਾ। ਅਗਲਾ ਪ੍ਰਸ਼ਨ ਪੜੋ ਜੀ। ਨੈਕਸਟ ਪ੍ਰਸ਼ਨ ਆ ਗਿਆ ਜੀ, ਆ ਗਿਆ। ਕਹਿੰਦੇ ਜੀ ਜੀਤਲ ਅਤੇ ਟੰਕਾ ਦੋ ਆ ਜਿਹੜੇ ਇਹ ਸੋਨੇ ਸਿੱਕੇ ਪਹਿਲੀ ਵਾਰ ਜਾਰੀ ਕੀਤੇ ਗਏ ਸੀ ਕਿਹਦੇ ਦੁਆਰਾ? ਤਾਂ ਧਿਆਨ ਰੱਖਿਓ ਜੀਤਲ ਤੇ ਇਹ ਟਕਾ ਜਿਹੜੇ ਦੋ ਸੋਨੇ ਸਿੱਕੇ ਆ ਇਹ ਇਲਤੁਤਮਿਸ਼ ਦੁਆਰਾ ਜਾਰੀ ਕੀਤੇ ਗਏ। ਠੀਕ ਹੈ ਜੀ, ਇਲਤੁਤਮਿਸ਼ ਨੇ ਇਹ ਕੀਤੇ ਸੀ 2 ਸੋਨੇ ਸਿੱਕੇ ਜਾਰੀ ਕੀਤੇ।
ਕੁਤਬਦੀਨ ਐਬਕ ਦੀ ਗੱਲ ਕਰ ਲੈਂਦੇ ਹਾਂ। ਕੁਤਬਦੀਨ ਐਬਕ ਨੇ 1206 ਈਸਵੀ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ। ਧਿਆਨ ਰੱਖਿਓ, ਦਿੱਲੀ ਸਲਤਨਤ ਦੀ ਸਥਾਪਨਾ ਕੁਤਬਦੀਨ ਐਬਕ ਨੇ ਕੀਤੀ ਸੀ। ਇਹਨੂੰ ਇੱਕ ਟਾਈਟਲ ਮਿਲਦਾ ਜੀ ਲਾਖ ਬਖਸ਼ ਦਾ, ਠੀਕ ਹੈ ਜੀ, ਲਾਖ ਬਖਸ਼ ਦਾ। ਇਹਨੇ ਜਿਹੜੀ ਆਪਣੀ ਕੈਪੀਟਲ ਆ ਇਹ ਬਣਾਇਆ ਸੀ ਲਾਹੌਰ ਨੂੰ। ਦੂਜੀ ਗੱਲ ਕਰ ਲੈਂਦੇ ਆ, ਇਹਦੀ ਮੌਤ ਆ ਜਿਹੜੀ ਉਹ ਪੋਲੋ ਖੇਡ ਦੇ ਦੌਰਾਨ ਹੋ ਗਈ ਸੀ। ਇਲਤੁਤਮਿਸ਼ ਦੀ ਗੱਲ ਕਰ ਰਹੇ ਹਾਂ। ਇਲਤੁਤਮਿਸ਼ ਨੇ ਕੰਸਟਰਕਸ਼ਨ ਆ ਜਿਹੜੀ ਉਹ ਕੁਤਬ ਮੀਨਾਰ ਦੀ ਉਹਨੂੰ ਕੰਪਲੀਟ ਕਰਵਾਇਆ ਸੀ। ਇਹ ਧਿਆਨ ਰੱਖਿਓ, ਕੰਪਲੀਟ ਕਿਹਨੇ ਕਰਵਾਇਆ ਸੀ? ਇਲਤੁਤਮਿਸ਼ ਨੇ, ਬਟ ਇਹਨੂੰ ਸਟਾਰਟ ਕਰਵਾਇਆ ਸੀ ਕੁਤਬਦੀਨ ਐਬਕ ਨੇ। ਬਲਬਨ ਦੀ ਗੱਲ ਕਰ ਲੈਂਦੇ ਹਾਂ। ਬਲਬਨ ਨੇ ਆਪਣੇ ਸਮੇਂ ਵਿੱਚ ਬਲਬਨੀ ਕੁਆਇਨ ਆ ਜਿਹੜੇ ਇਹ ਜਾਰੀ ਕੀਤੇ ਸੀ, ਜੋ ਕਿ ਬਾਅਦ ਦੇ ਵਿੱਚ ਇਹ ਅਕਬਰ ਦੇ ਸਮੇਂ ਤੱਕ ਚੱਲਦੇ ਰਹੇ। ਰਜੀਆ ਸੁਲਤਾਨਾ ਦੀ ਗੱਲ ਕਰ ਲੈਂਦੇ ਹਾਂ। ਰਜੀਆ ਸੁਲਤਾਨਾ ਇਹ ਫਸਟ ਫੀਮੇਲ ਲੇਡੀ ਸੀ, ਫਸਟ ਫੀਮੇਲ ਲੇਡੀ ਆ ਜੋ ਕਿ ਦਿੱਲੀ ਸਲਤਨਤ ਦੀ ਗੱਦੀ ਤੇ ਬੈਠੀ ਆ। ਇਹਦਾ ਟਾਈਮ ਪੀਰੀਅਡ ਸੀਗਾ 1236 ਤੋਂ ਲੈ ਕੇ 1240 ਈਸਵੀ ਤੱਕ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ ਰੱਖਣੇ। ਇਹ ਪਹਿਲੀ ਤੇ ਆਖਰੀ ਜਿਹੜੀ ਫੀਮੇਲ ਸੀ ਜਿਹੜੀ ਦਿੱਲੀ ਸਲਤਨਤ ਦੀ ਗੱਦੀ ਤੇ ਬੈਠੀ, ਠੀਕ ਹੈ ਜੀ। ਆਹ ਇੰਪੋਰਟੈਂਟ ਪੁਆਇੰਟ ਧਿਆਨ ਰੱਖਿਓ। ਇਹਦਾ ਕਰੈਕਟ ਆਂਸਰ ਆਪਣੇ ਕੋਲ ਬੀ ਉੱਤਰ ਸਹੀ ਆ। ਆ ਵੀ ਦੇਖ ਲਓ ਜੀ, ਜਿਹੜਾ ਸਿਲਵਰ ਕੋਇਨ ਸੀ ਉਹ ਉਹਨਾਂ ਨੂੰ ਬੋਲਦੇ ਸੀ ਟਕਾ, ਤੇ ਜਿਹੜੇ ਕਾਪਰ ਕੋਇਨ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਜੀਤਲ। ਇਹ ਇੰਪੋਰਟੈਂਟ ਪੁਆਇੰਟ ਆ, ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਕਹਿੰਦੇ ਜੀ ਜਹਾਂਗੀਰ ਨੇ ਕਿਸ ਸਿੱਖ ਗੁਰੂ ਨੂੰ ਸ਼ਹੀਦ ਕਰਵਾਇਆ ਸੀ? ਧਿਆਨ ਰੱਖਿਓ, ਜਹਾਂਗੀਰ ਨੇ ਆਪਣੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ, ਠੀਕ ਹੈ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ। ਇਹਨਾਂ ਨੂੰ ਸ਼ਹੀਦ ਕਰਵਾਤਾ ਸੀ ਇਹਨੇ 1606 ਈਸਵੀ ਵਿੱਚ। ਕਿੱਥੇ ਸ਼ਹੀਦ ਕਰਵਾਇਆ ਸੀ? ਇਹ ਤੁਸੀਂ ਪੁਆਇੰਟ ਯਾਦ ਰੱਖਣਾ, ਲਾਹੌਰ ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਜਿਹੜਾ ਇਹਨਾਂ ਨੂੰ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਇਹ ਸ਼ਹੀਦ ਹੋਣ ਵਾਲੇ ਪਹਿਲੇ ਫਸਟ ਗੁਰੂ, ਠੀਕ ਹੈ, ਫਸਟ ਗੁਰੂ ਆ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਸ਼ਹੀਦ ਹੋਣ ਵਾਲੇ ਆ। ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਹੀ ਸ਼ਹੀਦਾਂ ਦੇ ਸਰਤਾਜ, ਧਿਆਨ ਰੱਖਿਓ, ਸ਼ਹੀਦਾਂ ਦੇ ਸਰਤਾਜ ਆ ਜਿਹੜੇ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਸੀਗਾ? ਤਾਂ ਉਹ ਸਿੱਖਾਂ ਦੇ ਪੰਜਵੇਂ ਗੁਰੂ ਜੀ ਨੂੰ ਕਿਹਾ ਜਾਂਦਾ ਸੀ। ਗੱਲ ਕਰ ਲੈਂਦੇ ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀਗਾ 15 ਇਹ ਗੱਦੀ ਤੇ ਬੈਠੇ ਆ 1552 ਈਸਵੀ ਦੇ ਵਿੱਚ। ਇਹਨਾਂ ਨੇ ਗੁਰਮੁਖੀ ਸਕ੍ਰਿਪਟ ਲਿਖੀ ਆ, ਠੀਕ ਹੈ ਜੀ। ਗੁਰਮੁਖੀ ਜਿਹੜੀ ਸਕ੍ਰਿਪਟ ਆ ਉਹ ਗੁਰੂ ਅੰਗਦ ਦੇਵ ਜੀ ਨੇ ਲਿਖੀ ਆ। ਪਲੱਸ ਇਹਨਾਂ ਨੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਗੱਲ ਕਰਦੇ ਆ, ਇਹਨਾਂ ਨੇ ਇੱਕ ਜਨਮ ਸਾਖੀ ਲਿਖੀ ਆ, ਭਾਈ ਬਾਲੇ ਵਾਲੀ ਜਨਮ ਸਾਖੀ, ਠੀਕ ਹੈ ਜੀ। ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਇਹਨਾਂ ਦੁਆਰਾ ਲਿਖੀ ਹੈ। ਗੁਰੂ ਤੇਗ ਬਹਾਦਰ ਜੀ ਗੱਲ ਕਰਦੇ ਆ, ਇਹਨਾਂ ਨੂੰ ਤਿਲਕ ਜਨੇਊ ਕਿਹਾ ਜਾਂਦਾ ਜੀ, ਠੀਕ ਹੈ ਜੀ, ਤਿਲਕ ਜਨੇਊ। ਤਿਲਕ ਜਨੇਊ ਕਿਹਾ ਜਾਂਦਾ ਕਿਉਂ? ਕਿਉਂਕਿ ਪੰਡਿਤ ਜਿਹੜੇ ਕਿਰਪਾ ਰਾਮ ਸੀ, ਪੰਡਿਤ ਕਿਰਪਾ ਰਾਮ ਆ ਉਹ ਜਿਹੜੇ ਗੁਰੂ ਤੇਗ ਬਹਾਦਰ ਜੀ ਕੋਲ ਕੀ ਆ ਕਸ਼ਮੀਰੀ ਪੰਡਿਤ ਸੀ, ਉਹ ਫਰਿਆਦ ਲੈ ਕੇ ਆਏ ਸਨ, ਤਾਂ ਇਹਨਾਂ ਨੇ ਉਹਨਾਂ ਦੀ ਰੱਖਿਆ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ, ਠੀਕ ਹੈ ਜੀ, ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਆ। ਇਹਨਾਂ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਆ ਉਹ ਬੇਈ ਨਦੀ ਦੇ ਕਿਨਾਰੇ ਹੋਈ ਸੀ। ਬੇਈ ਨਦੀ ਕਿੱਥੇ ਆ ਜੀ? ਸੁਲਤਾਨਪੁਰ। ਤੇ ਇੱਥੇ ਇੱਕ ਫੇਮਸ ਗੁਰਦੁਆਰਾ, ਧਿਆਨ ਰੱਖਣਾ, ਫੇਮਸ ਗੁਰਦੁਆਰਾ ਬੇਰ ਸਾਹਿਬ ਗੁਰਦੁਆਰਾ, ਠੀਕ ਹੈ ਜੀ। ਆਹ ਸਾਰੇ ਇੰਪੋਰਟੈਂਟ ਫੈਕਚੁਅਲ ਪੁਆਇੰਟ ਨੇ, ਤੁਸੀਂ ਕਰਦੇ ਜਾਇਆ ਕਰੋ, ਠੀਕ ਹੈ। ਇਸ ਕੁਐਸਚਨ ਦਾ ਆਪਣਾ ਕਰੈਕਟ ਆਂਸਰ ਸੀਗਾ ਬੀ। ਚੱਲਦੇ ਹਾਂ ਜੀ ਨੈਕਸਟ ਕੁਐਸਚਨ। चलो अगला प्रश्न हाजिर किया जाए, अगला प्रश्न हाजिर किया जाए, जल्दी जल्दी अगला प्रश्न कर दो, अगला प्रश्न हाजिर। बैटल ऑफ तलीकोटा की गल करते हैं। कहते जी बैटल ऑफ तलीकोटा ये कदों हुई सी? ध्यान रखियो, बैटल ऑफ तलीकोटा जी फेमस बैटल आ, ये बैटल हुई सी 1565 ईस्वी दे विच। 1565 ईस्वी विच ये बैटल हुई सी। ਇਹ ਬੈਟਲ ਤੋਂ ਬਾਅਦ ਕਿੰਨੇ ਵਿਚਕਾਰੀ, ਪਹਿਲਾਂ ਤਾਂ ਇਹ ਧਿਆਨ ਰੱਖਿਓ, ਇਹ ਹੋਈ ਆ ਜੀ ਬਾਮਣੀ ਕਿੰਗਡਮ ਤੇ ਵਿਜੇਨਗਰ ਐਮਪਾਇਰ ਦੇ ਵਿੱਚ। ਬਾਮਣੀ ਕਿੰਗਡਮ ਤੇ ਵਿਜੇਨਗਰ ਐਮਪਾਇਰ ਦੇ ਵਿੱਚ ਹੋਈ ਆ। ਇਸ ਬੈਟਲ ਤੋਂ ਬਾਅਦ ਜਿਹੜਾ ਵਿਜੇਨਗਰ ਐਮਪਾਇਰ ਸੀ ਉਹ ਕੀ ਹੋ ਗਿਆ ਸੀ? ਖਤਮ ਹੋ ਗਿਆ। ਤਾਂ ਜਿਹੜਾ ਐਂਡ ਆ ਜਿਹੜਾ ਉਹ ਸ਼ੁਰੂ ਹੋ ਗਿਆ ਸੀ। ਇਹ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖੋ। ਕਲੀਅਰ ਹੈ ਜੀ? ਨੋਟਡ ਹੈ? चलो आगे चलते हैं जी। अगला प्रश्न, अगला प्रश्न देखो जी, आप चलते हैं हम मॉडर्न हिस्टरी के इंपोर्टेंट क्वेश्चन से। देखो आप क्विक रिविजन करने की कोशिश करते हैं, जिन्ने जिन्ने इंपोर्टेंट पॉइंट मैं तुहानूं दसी जाऊंगा वो तुसीं करदे जाणे।
1905 ਦੇ ਵਿੱਚ ਕੀ ਹੁੰਦਾ ਜੀ, ਪਾਰਟੀਸ਼ਨ ਆਫ ਬੰਗਾਲ ਹੁੰਦੀ ਹੈ, ਬੰਗਾਲ ਦੀ ਵੰਡ ਹੁੰਦੀ ਹੈ। ਕਰਜਨ ਉਸ ਸਮੇਂ ਕੀ ਸੀਗਾ, ਆਪਣਾ ਵਾਇਸਰਾਏ ਸੀ, ਠੀਕ ਹੈ ਜੀ। ਪਾਰਟੀਸ਼ਨ ਆਫ ਬੰਗਾਲ ਦੇ ਦੋ ਹਿੱਸੇ ਕਰਤੇ ਸੀ, ਵੈਸਟ ਬੰਗਾਲ ਤੇ ਈਸਟ। ਵੈਸਟ ਬੰਗਾਲ ਵਾਲਾ ਪਾਸਾ ਇੰਡੀਆ ਕੋਲ ਆ ਤੇ ਈਸਟ ਬੰਗਾਲ ਵਾਲਾ ਪਾਸਾ ਬੰਗਲਾਦੇਸ਼ ਹੈ। 1906 ਦੇ ਵਿੱਚ ਕੀ ਹੋਇਆ ਸੀ, ਆਲ ਇੰਡੀਆ ਮੁਸਲਿਮ ਲੀਗ ਆ ਜਿਹੜੀ, ਉਹਦੀ ਸਥਾਪਨਾ ਕੀਤੀ ਗਈ ਕਿਹਦੇ ਦੁਆਰਾ, ਬਾਏ ਸਮੀਮੁੱਲਾ ਖਾਨ। ਸਮੀਮੁੱਲਾ ਖਾਨ ਨੇ ਕੀਤੀ ਸੀ ਢਾਕਾ ਦੇ ਵਿੱਚ, ਬਟ ਜਿਹੜਾ ਇਹਦਾ ਹੈੱਡਕੁਆਟਰ, ਧਿਆਨ ਰੱਖਿਓ, ਬਟ ਇਹਦਾ ਹੈੱਡਕੁਆਟਰ ਸੀਗਾ ਕਿੱਥੇ ਸੀਗਾ, ਉਹ ਲਖਨਊ ਦੇ ਵਿੱਚ। ਇਹ ਤੁਸੀਂ ਇੰਪੋਰਟੈਂਟ ਪੁਆਇੰਟ ਧਿਆਨ ਰੱਖਣਾ। 1911 ਦੀ ਗੱਲ ਕਰਦੇ ਹਾਂ। 1911 ਵਿੱਚ ਗ੍ਰੈਂਡ ਦਿੱਲੀ ਦਰਬਾਰ ਆ ਜਿਹੜਾ ਸਜਾਇਆ ਗਿਆ ਸੀ। ਇੱਥੇ ਜਿਹੜੀ ਕੁਈਨ ਤੇ ਕਿੰਗ ਆ ਜਿਹੜੇ, ਉਹ ਦੋਨੇ ਆਏ ਸੀ, ਠੀਕ ਹੈ। ਕੁਈਨ ਰਾਣੀ ਮੈਰੀ ਆਈ ਸੀ ਤੇ ਜਿਹੜਾ ਕਿੰਗ ਜਾਰਜ ਫਿਫਥ ਆਇਆ ਸੀ। ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਜਿਹੜੀ ਕੈਪੀਟਲ ਬਣਾਤੀ ਸੀ ਇੰਡੀਆ ਦੀ, ਕਿਹਨੂੰ, ਦਿੱਲੀ ਨੂੰ ਰਾਜਧਾਨੀ ਬਣਾਤਾ ਸੀ। ਦਿੱਲੀ ਨੂੰ ਰਾਜਧਾਨੀ 1911 ਦੇ ਵਿੱਚ ਬਣਾਇਆ ਗਿਆ। ਇਹ ਇੰਪੋਰਟੈਂਟ ਪੁਆਇੰਟ ਆ, ਬਹੁਤ ਵਾਰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਿਆ। ਇਹ ਤੁਸੀਂ 1914 ਦੀ ਗੱਲ ਕਰਦੇ ਹਾਂ। 1914 ਦੇ ਵਿੱਚ ਕੀ ਹੋਇਆ ਸੀ, ਪਹਿਲਾ ਵਿਸ਼ਵ ਯੁੱਧ ਦਾ ਇੱਕ ਸ਼ੁਰੂ ਹੋ ਗਿਆ ਸੀ ਤੇ ਇਹ ਚੱਲਿਆ ਸੀ 1918 ਤੱਕ, ਠੀਕ ਹੈ ਜੀ। ਇਹ ਤੁਸੀਂ ਧਿਆਨ ਰੱਖਣਾ। ਨੈਕਸਟ ਗੱਲ ਕਰਦੇ ਹਾਂ 1916 ਦੀ। 1916 ਵਿੱਚ ਲਖਨਊ ਪੈਕਟ ਆ ਜਿਹੜਾ, ਇਹ ਸਾਈਨ ਕੀਤਾ ਗਿਆ ਸੀ ਕਾਂਗਰਸ ਤੇ ਮੁਸਲਿਮ ਲੀਗ। ਇੱਥੇ 1916 ਦੇ ਵਿੱਚ ਜਿਹੜੀ ਕਾਂਗਰਸ ਤੇ ਪਲੱਸ ਮੁਸਲਿਮ ਲੀਗ ਆ, ਇਹ ਦੋਨੇ ਕੀ ਹੋ ਗਏ ਸੀ, ਕੰਬਾਈਨ ਹੋ ਗਏ ਸੀ, ਇਕੱਠੇ ਹੋ ਗਏ ਸੀ। ਇਹ ਦੋਨੇ ਅੰਗਰੇਜ਼ਾਂ ਦੇ ਖਿਲਾਫ ਆ ਜਿਹੜੇ, ਉਹਨਾਂ ਨੇ ਕੀ ਕਰਨਾ ਸੀ, ਬਗਾਵਤਾਂ ਕਰਨੀਆਂ ਸ਼ੁਰੂ। ਤਾਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਸੀ ਵੀ ਮੁਸਲਿਮ ਲੀਗ ਅਤੇ ਜਿਹੜੀ ਦੂਜੀ ਆ ਕਾਂਗਰਸ, ਇਹ ਦੋਨੇ ਮਿਲ ਕੇ ਕੰਮ ਕਰ ਰਹੀਆਂ, ਠੀਕ ਹੈ ਜੀ। ਨੈਕਸਟ 1918 ਦੀ ਗੱਲ ਕਰਦੇ ਹਾਂ। ਵਰਲਡ ਵਾਰ ਫਸਟ ਆ ਜਿਹੜੀ, ਇਹ ਐਂਡ ਹੋ ਗਈ ਸੀ, ਕਲੀਅਰ ਹੈ ਜੀ। ਨੈਕਸਟ ਪੁਆਇੰਟ, ਅਗਲਾ ਪ੍ਰਸ਼ਨ ਜਾਓ। ਅਗਲਾ ਪ੍ਰਸ਼ਨ 1919 ਕਹਿੰਦੇ ਜੀ, 1919 ਦੇ ਵਿੱਚ ਆਈ ਸੀ ਮੌਂਟੇਗ ਚੈਮਸਫੋਰਡ। ਦੇਖੋ 1919 ਵਿੱਚ ਮੌਂਟੇਗ ਚੈਮਸਫੋਰਡ ਫਾਰਮ ਆਈ ਸੀ। ਇੱਥੇ ਪਹਿਲੀ ਵਾਰ ਦੋਹਰੀ ਗਵਰਨਮੈਂਟ ਜਿਹੜੀ ਸਟਾਰਟ ਹੋਈ ਸੀ, ਡਾਇਰਕੀ ਜਿਹਨੂੰ ਬੋਲ ਦਿੰਦੇ ਆ, ਕਿ ਡਾਇਰਕੀ ਦਾ ਸਿਸਟਮ ਪਹਿਲੀ ਵਾਰ ਸ਼ੁਰੂਆਤ ਇੱਥੇ। 1919 ਦੇ ਵਿੱਚ ਹੀ ਜਲਿਆਂਵਾਲਾ ਜਿਹੜਾ ਹੱਤਿਆਕਾਂਡ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ, ਤੇ ਇਹਦੇ ਜਾਂਚ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ, ਇਹਨੂੰ ਬੋਲਦੇ ਸੀ ਹੰਟਰ ਕਮੇਟੀ। ਕਿ ਹੰਟਰ ਕਮਿਸ਼ਨ ਆ ਜਿਹੜਾ, ਹੰਟਰ ਕਮੇਟੀ ਆ, ਉਹ ਇਸ ਦੀ ਜਾਂਚ ਕਰਨ ਵਾਸਤੇ ਬਿਠਾਈ ਗਈ ਸੀ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਨੋਟ ਕਰਕੇ ਰੱਖਣਾ। 1919 ਦੇ ਵਿੱਚ ਹੀ ਖਿਲਾਫਤ ਮੂਵਮੈਂਟ ਆ ਜਿਹੜੀ, ਇਹ ਲਾਂਚ ਕੀਤੀ ਗਈ ਸੀ। ਇਹ ਦੋ ਅਲੀ ਬ੍ਰਦਰ ਸੀ, ਸ਼ੌਕਤ ਅਲੀ ਤੇ ਅਲੀ ਬ੍ਰਦਰ, ਦੋ ਅਲੀ ਬ੍ਰਦਰਸ ਦੁਆਰਾ ਸਟਾਰਟ ਕੀਤੀ ਗਈ, ਠੀਕ ਹੈ ਜੀ, ਧਿਆਨ ਰੱਖਣਾ ਹੈ। 1927 ਦੇ ਵਿੱਚ ਮੋਸਟ ਇੰਪੋਰਟੈਂਟ ਚੀਜ਼ ਹੁੰਦੀ ਆ ਸਾਈਮਨ ਕਮਿਸ਼ਨ ਆ ਜਿਹੜਾ, ਇਹ ਭਾਰਤ ਚ ਆਉਂਦਾ ਕਦੋਂ ਆ, 1928 ਦੇ ਵਿੱਚ ਲੈਂਡ ਹੁੰਦਾ। ਕਿੱਥੇ ਲੈਂਡ ਹੋਇਆ ਸੀ, ਪਹਿਲਾਂ ਬੰਬੇ ਲੈਂਡ ਹੋਇਆ ਸੀ, ਉਸ ਤੋਂ ਬਾਅਦ ਇਹ ਲੈਂਡ ਹੋਇਆ ਸੀ ਲਾਹੌਰ ਦੇ ਵਿੱਚ। ਲਾਹੌਰ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਿਹਨੇ ਕੀਤਾ ਸੀ, ਇਹ ਕੀਤਾ ਸੀ ਲਾਲਾ ਲਾਜਪਤ ਰਾਏ ਨੇ। ਇਹਨੂੰ ਬਲੈਕ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਸੀ, ਠੀਕ ਹੈ, ਬਲੈਕ ਕਾਲਾ ਐਕਟ ਵੀ ਕਿਹਾ। 1928 ਦੇ ਵਿੱਚ ਕੀ ਹੋ ਗਿਆ ਸੀ, ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ ਸੀ, ਜਿੰਦਾ ਬਦਲਾ ਸ਼ਹੀਦ ਭਗਤ ਸਿੰਘ ਜੀ ਨੇ ਲਿਆ ਸੀ, ਠੀਕ ਹੈ ਜੀ। ਸ਼ਹੀਦ ਭਗਤ ਸਿੰਘ ਜੀ ਨੇ ਇਹਨਾਂ ਦਾ ਬਦਲਾ ਲਿਆ ਸੀ। 1929 ਦੀ ਗੱਲ ਕਰ ਲੈਂਦੇ ਆ। ਪੂਰਨ ਸਵਰਾਜ ਦੀ ਪਹਿਲੀ ਵਾਰ ਮੰਗ ਕੀਤੀ ਗਈ ਸੀ, ਯਾਨੀ ਕਿ ਕੰਪਲੀਟ ਇੰਡੀਪੈਂਡੈਂਸ, ਪੂਰਨ ਰੂਪ ਵਿੱਚ ਆਜ਼ਾਦੀ। ਇੱਥੇ ਪਹਿਲੀ ਵਾਰ ਜਿਹੜਾ ਲਾਹੌਰ ਸੈਸ਼ਨ ਸੀਗਾ, ਲਾਹੌਰ ਸੈਸ਼ਨ ਦੇ ਵਿੱਚ ਕੀ ਆ, ਇੰਡੀਅਨ ਨੈਸ਼ਨਲ ਕਾਂਗਰਸ ਆ ਜਿਹੜਾ ਲਾਹੌਰ ਦੇ ਵਿੱਚ ਤਿਰੰਗਾ ਝੰਡਾ ਜਿਹੜਾ ਇਹਨਾਂ ਨੇ ਫਹਰਾਇਆ ਸੀ, ਠੀਕ ਹੈ। ਤਿਰੰਗਾ ਝੰਡਾ ਜਿਹੜਾ ਪਹਿਲੀ ਵਾਰ ਫਹਰਾਇਆ ਸੀ ਲਾਹੌਰ ਸੈਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਤਿਰੰਗਾ ਝੰਡਾ ਫਹਰਾਇਆ ਸੀ 1911 ਦੇ ਵਿੱਚ। 1929 ਦੇ ਵਿੱਚ ਵੀ ਫਹਰਾਇਆ ਗਿਆ ਸੀ। ਇਹਦੇ ਵਿੱਚ ਪਹਿਲੀ ਵਾਰ ਗੱਲ ਕੀਤੀ ਗਈ ਸੀ ਪੂਰਨ ਸਵਰਾਜ ਦੀ। 1930 ਦੀ ਗੱਲ ਕਰ ਲੈਂਦੇ ਹਾਂ। 1930 ਦੇ ਵਿੱਚ ਜਿਹੜਾ ਡਾਂਡੀ ਮਾਰਚ ਆ ਜਿਹੜਾ ਸਟਾਰਟ ਕੀਤਾ ਸੀ ਬਾਏ ਮਹਾਤਮਾ ਗਾਂਧੀ ਜੀ ਨੇ, ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ 6 ਅਪ੍ਰੈਲ 1930। ਇਸੇ ਨੂੰ ਸਿਵਲ ਡਿਸਓਬੀਡੈਂਸ ਮੂਵਮੈਂਟ ਵੀ ਕਹਿੰਦੇ ਆ। ਦੇਖੋ ਜਿਹੜੀ ਸਿਵਲ ਡਿਸਓਬੀਡੈਂਸ ਮੂਵਮੈਂਟ ਆ, ਇਹਦੇ ਵਿੱਚ ਕੀ ਆ, ਮਹਾਤਮਾ ਗਾਂਧੀ ਜੀ ਨੇ ਸਾਲਟ ਸੱਤਿਆਗ੍ਰਹਿ, ਧਿਆਨ ਰੱਖਿਓ, ਸਾਲਟ ਸੱਤਿਆਗ੍ਰਹਿ ਜਿਹੜਾ ਇਹਦਾ ਜਿਹੜਾ ਕਾਨੂੰਨ ਆ ਉਹਨੂੰ। ਉਸ ਤੋਂ ਬਾਅਦ ਨੈਕਸਟ ਪੁਆਇੰਟ ਤੇ 1931 ਦੀ ਗੱਲ ਕਰਦੇ ਹਾਂ। 1931 ਦੇ ਵਿੱਚ ਹੋਇਆ ਸੀ ਗਾਂਧੀ ਇਰਵਿਨ ਪੈਕਟ। ਗਾਂਧੀ ਤੇ ਲਾਰਡ ਇਰਵਿਨ ਦੇ ਸਮਝੌਤਾ ਹੋਇਆ ਸੀ। ਲਾਰਡ ਇਰਵਿਨ ਸੀਗਾ ਉਦੋਂ ਜਿਹੜਾ ਆਪਣੇ ਵਾਇਸਰਾਏ ਹੁੰਦਾ ਸੀ, ਮਹਾਤਮਾ ਗਾਂਧੀ ਜੀ, ਇਹਨਾਂ ਵਿੱਚ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤੋਂ ਬਾਅਦ ਆ ਜਿਹੜੇ ਮਹਾਤਮਾ ਗਾਂਧੀ ਆ, ਉਹ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਆ, ਗੋਲਮੇਜ ਮੀਟਿੰਗ ਆ, ਦੂਜੀ ਗੋਲਮੇਜ ਮੀਟਿੰਗ ਇਹਨਾਂ ਨੇ ਭਾਗ ਲਿਆ ਸੀ। 3 ਗੋਲਮੇਜ ਮੀਟਿੰਗਾਂ ਹੋਈਆਂ ਸੀਗੀਆਂ, ਜਿਨ੍ਹਾਂ ਵਿੱਚੋਂ ਕਾਂਗਰਸ ਨੇ ਸਿਰਫ ਸੈਕਿੰਡ ਵਿੱਚ ਭਾਗ ਲਿਆ ਸੀ, ਬਾਕੀ ਕਿਸੇ ਨੇ ਭਾਗ ਨਹੀਂ ਲਿਆ। ਤਿੰਨਾਂ ਗੋਲਡ ਮੇਜ ਮੀਟਿੰਗ ਵਿੱਚੋਂ ਜਾਣ ਵਾਲਾ ਇੱਕੋ ਇੱਕ ਪਰਸਨ ਸੀ, ਧਿਆਨ ਰੱਖਿਓ, ਡਾਕਟਰ ਬੀ ਆਰ ਸਾਹਿਬ ਅੰਬੇਦਕਰ, ਠੀਕ ਹੈ। ਡਾਕਟਰ ਬੀ ਆਰ ਸਾਹਿਬ ਅੰਬੇਦਕਰ ਤਿੰਨੇ ਗੋਲਡ ਮੀਟਿੰਗਾਂ ਵਿੱਚ ਗਏ। 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ, ਜਿਹਦੇ ਤਹਿਤ ਕੀ ਆ, ਆਪਣੇ RBI ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਸੀ। ਪਲੱਸ ਇਸੇ ਦੇ ਤਹਿਤ ਕੀ ਆ, ਜਿਹੜਾ ਮਿਆਂਮਾਰ ਆ ਉਹਨੂੰ ਵੱਖ ਕਰ ਦਿੱਤਾ ਗਿਆ ਸੀ ਭਾਰਤ ਤੋਂ।
1937 ਦੀ ਗੱਲ ਕਰ ਲੈਂਦੇ ਆ। 1937 ਵਿੱਚ ਜਿਹੜੀ ਕਾਂਗਰਸ ਆ, ਪ੍ਰੋਵਿੰਸ਼ੀਅਲ ਆਟੋਨੋਮੀ ਜਿਹੜੀ ਕਾਂਗਰਸ ਨੇ, ਇੱਥੇ ਸਭ ਤੋਂ ਪਹਿਲਾਂ ਇਹਨੂੰ ਇੰਟਰਿਮ ਗਵਰਨਮੈਂਟ ਵੀ ਬੋਲਦੇ, ਸਭ ਤੋਂ ਪਹਿਲਾਂ ਜਿਹੜੇ ਇੱਥੇ ਇਲੈਕਸ਼ਨ ਨਿਕਲ। 1939 ਦੀ ਗੱਲ ਕਰ ਲੈਂਦੇ ਆ। ਵਰਲਡ ਵਾਰ ਸੈਕੰਡ ਆ ਜਿਹੜੀ, ਇਹ ਸ਼ੁਰੂ ਹੋ ਗਈ ਸੀਗੀ ਤੇ ਇਹ ਚੱਲੀ ਸੀਗੀ 45 ਤੱਕ, ਠੀਕ ਹੈ ਜੀ। 1945 ਤੱਕ ਇਹ ਜਿਹੜੀ ਵਰਲਡ ਵਾਰ ਆ ਚੱਲਦੀ ਰਹੀ। 1941 ਦੀ ਗੱਲ ਕਰ ਲੈਂਦੇ ਆ। ਜਿਹੜੇ ਸੁਭਾਸ਼ ਚੰਦਰ ਬੋਸ ਸੀਗੇ, ਇਹਨਾਂ ਨੇ ਭਾਰਤ ਛੱਡ ਦਿੱਤਾ ਸੀ ਤੇ ਇਹਨਾਂ ਦੀ ਕੀ ਹੋ ਗਈ ਸੀ, ਦੂਜੇ ਇਸੇ ਦਿਨ ਕੀ ਹੋਇਆ ਸੀ, 1914 ਵਿੱਚ ਹੀ ਡੈਥ ਹੋ ਗਈ ਸੀ ਦਵਿੰਦਰ ਨਾਥ ਟੈਗੋਰ। ਰਵਿੰਦਰ ਨਾਥ ਟੈਗੋਰ ਜਿਹੜੇ ਆਪਣੇ ਟੈਗੋਰ ਆਫ ਸਾਹਿਤ ਲਿਟਰੇਚਰ ਆ, ਇਹਨਾਂ ਨੂੰ ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਮਿਲਿਆ ਸੀ 1913 ਦੇ ਵਿੱਚ। ਇਹ ਵੀ ਤੁਸੀਂ ਪੁਆਇੰਟ ਧਿਆਨ ਰੱਖਣਾ। 1942 ਦੇ ਵਿੱਚ ਕੀ ਹੋਇਆ ਸੀ, ਕ੍ਰਿਪਸ ਮਿਸ਼ਨ ਭਾਰਤ ਵਿੱਚ ਆਇਆ ਸੀ। ਕ੍ਰਿਪਸ ਮਿਸ਼ਨ ਨੂੰ ਭਾਰਤ ਵਿੱਚ ਇਸ ਕਰਕੇ ਆਇਆ ਸੀ, ਕਹਿੰਦੇ ਸੀ ਇਹ ਕਿ ਸਾਡੀ ਭਾਰਤੀ ਲੋਕ ਵਰਲਡ ਵਾਰ ਦੇ ਵਿੱਚ ਮਦਦ ਕਰ। ਬਟ ਮਹਾਤਮਾ ਗਾਂਧੀ ਨੇ ਇਸ ਮਿਸ਼ਨ ਨੂੰ ਕਿਹਾ ਸੀ ਪੋਸਟ ਡੇਟਡ ਚੈੱਕ। ਇਹ ਤੁਸੀਂ ਧਿਆਨ ਰੱਖਣਾ, ਪੋਸਟ ਡੇਟਡ ਚੈੱਕ ਕਿਹੜੇ ਨੂੰ ਮਿਸ਼ਨ ਇਹਨੂੰ ਕਿਹਾ ਗਿਆ, ਤਾਂ ਕ੍ਰਿਪਸ ਮਿਸ਼ਨ ਨੂੰ ਕਿਹਾ ਗਿਆ। ਕਿਹਨੇ ਕਿਹਾ ਸੀ, ਬਾਏ ਮਹਾਤਮਾ ਗਾਂਧੀ ਜੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ। 1942 ਦੀ ਗੱਲ ਕਰ ਲੈਂਦੇ ਆ। 1942 ਦੇ ਵਿੱਚ ਜਿਹੜਾ ਕ੍ਰਿਪਸ ਮਿਸ਼ਨ ਆ, ਇਹ ਅਰਾਈਵ ਕੀਤਾ ਸੀ ਇੰਡੀਆ ਤੋਂ, ਤੇ ਕੁਇਟ ਇੰਡੀਆ ਮੂਵਮੈਂਟ ਆ ਜਿਹੜੀ, ਇਹ 8 ਅਗਸਤ ਨੂੰ ਇਹ ਲਾਂਚ ਕਰ ਦਿੱਤੀ ਗਈ। ਇਹ ਕਿੱਥੇ ਲਾਂਚ ਕੀਤੀ ਗਈ ਸੀ, ਧਿਆਨ ਰੱਖਿਓ, ਗਵਾਲੀਅਰ ਟੈਂਕ ਮੈਦਾਨ। ਗਵਾਲੀਅਰ ਟੈਂਕ ਮੈਦਾਨ ਦੇ ਵਿੱਚ, ਮੁੰਬਈ ਦੇ ਵਿੱਚ ਆ ਇਹ, ਮਹਾਰਾਸ਼ਟਰ ਦੇ ਵਿੱਚ। ਇੱਥੋਂ ਇਹ ਜਿਹੜੀ ਆ ਮੂਵਮੈਂਟ ਆ ਇਹ ਸ਼ੁਰੂ ਹੋਈ। 1943-44 ਦੀ ਗੱਲ ਕਰ ਲੈਂਦੇ ਆ। ਬੰਗਾਲ ਦੇ ਵਿੱਚ ਬਹੁਤ ਵੱਡਾ ਸੋਕਾ ਆ ਗਿਆ ਸੀ, ਜਿਹਦੇ ਵਿੱਚ ਕਹਿੰਦੇ ਆ ਜੀ ਹਰੇਕ ਤੀਜੇ ਬੰਦੇ ਦੀ ਮੌਤ ਹੋਣੀ ਸਟਾਰਟ ਹੋ ਗਈ ਸੀ, ਐਡਾ ਵੱਡਾ ਸੋਕਾ ਆ ਗਿਆ ਸੀ। 1945 ਦੀ ਗੱਲ ਕਰ ਲੈਂਦੇ ਆ। ਇੱਥੇ ਕੀ ਹੋਇਆ ਸੀ, ਟ੍ਰਾਇਲ ਆਫ ਨੈਸ਼ਨਲ ਇੰਡੀਅਨ ਆਰਮੀ। ਇੰਡੀਅਨ ਨੈਸ਼ਨਲ ਆਰਮੀ ਆ ਜਿਹੜੀ, ਉਹਦੇ ਕੀ ਹੋ ਗਏ ਸੀ, ਟ੍ਰਾਇਲ ਹੋਣੇ ਸਟਾਰਟ ਹੋਣੇ ਸ਼ੁਰੂ। 1946 ਦੀ ਗੱਲ ਕਰ ਲੈਂਦੇ ਆ। ਇਸ ਦਿਨ ਕੀ ਕੈਬਨਿਟ ਮਿਸ਼ਨ ਪਲਾਨ ਭਾਰਤ ਵਿੱਚ ਆਇਆ ਸੀ। ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀ, ਇਹਦੇ ਕੇ 3 ਕੁੱਲ ਮੈਂਬਰ ਸੀਗੇ। ਕੁੱਲ 3 ਮੈਂਬਰ ਆਏ ਸੀ, ਜਿੰਦੇ ਵਿੱਚੋਂ ਪੈਥਿਕ, ਧਿਆਨ ਰੱਖਿਓ, ਪੈਥਿਕ ਜਿਹੜਾ ਲਾਰੈਂਸ ਸੀਗਾ ਉਹ ਹੈਡ ਸੀਗਾ। ਦੂਜਾ ਬੰਦਾ ਸੀਗਾ ਸਟੈਫਰਡ ਕ੍ਰਿਪਸ ਤੇ ਤੀਜਾ ਬੰਦਾ ਸੀਗਾ A.V. ਅਲੈਗਜ਼ੈਂਡਰ। ਇਹ 3 ਬੰਦੇ ਆ ਜਿਹੜੇ, ਇਹ ਭਾਰਤ ਵਿੱਚ ਆਏ ਸੀ। 1947 ਦੀ ਗੱਲ ਕਰ ਲੈਂਦੇ ਆ। ਡਿਵੀਜ਼ਨ ਆਫ ਇੰਡੀਆ, ਭਾਰਤ ਦੀ ਤੇ ਪਾਕਿਸਤਾਨ ਦੀ ਕੀ ਆ, 2 ਨੇਸ਼ਨ ਥਿਊਰੀ ਬਣ ਗਈ ਸੀ। ਇਹ ਪਲਾਨ ਕਿਹੜਾ ਸੀ, ਇਹ 3 ਜੂਨ ਪਲਾਨ ਸੀ। ਧਿਆਨ ਰੱਖਿਓ, 3 ਜੂਨ ਪਲਾਨ ਬੋਲ ਦਿੰਦੇ ਆ। ਇਸੇ ਨੂੰ ਮਾਊਂਟ ਬੈਟਨ ਪਲਾਨ ਵੀ ਬੋਲਦੇ, ਠੀਕ ਹੈ, ਮਾਊਂਟ ਬੈਟਨ ਪਲਾਨ ਵੀ ਬੋਲ ਦਿੰਦੇ ਆ। ਇਹਦਾ ਇੱਕ ਨਾਮ ਹੋਰ ਆ ਇਤਿਹਾਸ ਦੇ ਵਿੱਚ, ਇਹਨੂੰ ਬਾਲਕਨ ਪੁਆਇੰਟ ਵੀ ਬੋਲਦੇ, ਬਾਲਕਨ ਪੁਆਇੰਟ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ, ਬਾਲਕਨ ਪੁਆਇੰਟ। ਚਲੋ ਜੀ, ਆਪਣੇ ਦੁਬਾਰ ਤੋਂ ਕੁਐਸਚਨ ਆ ਜਿਹੜੇ ਉਹ ਸਟਾਰਟ ਹੋ ਗਏ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ ਜੀ ਕੁਐਸਚਨ। ਅਗਲੇ ਕੁਐਸਚਨ, ਅਗਲਾ ਪ੍ਰਸ਼ਨ किया जाए। ਅਗਲਾ ਪ੍ਰਸ਼ਨ ਕਹਿੰਦੇ ਆ ਜੀ, ਕਹਿੰਦੇ ਜਿਹੜੀ ਗਦਰ ਪਾਰਟੀ ਆ, ਗਦਰ ਪਾਰਟੀ ਆ ਜਿਹੜੀ, ਇਹਦੀ ਜਿਹੜੀ ਸਥਾਪਨਾ ਹੋਈ ਸੀ ਨਵੰਬਰ 1913। ਤਾਂ ਧਿਆਨ ਰੱਖਿਓ, ਗਦਰ ਪਾਰਟੀ ਦੀ ਸਥਾਪਨਾ 1913 ਵਿੱਚ ਹੋਈ ਸੀ। ਕਿੱਥੇ ਹੋਈ ਸੀ, ਸਨ ਫਰਾਂਸਿਸਕੋ। ਦੇਖੋ, ਗਦਰ ਪਾਰਟੀ ਦਾ ਦੂਜਾ ਨਾਮ ਕੀ ਆ, ਪੈਸੀਫਿਕ ਓਸ਼ਨ ਬੋਲਦੇ ਆ, ਸਾਊਥ ਪੈਸੀਫਿਕ ਓਸ਼ਨ ਪਾਰਟੀ ਵੀ ਬੋਲਦੇ ਆ ਇਸ। ਇਹਦੀ ਸਥਾਪਨਾ ਪੁੱਛਦੇ ਆ ਜੀ ਕਿੰਦੇ ਦੁਆਰਾ ਕੀਤੀ ਗਈ। ਧਿਆਨ ਰੱਖਿਓ, ਲਾਲਾ ਹਰਦਿਆਲ ਦੁਆਰਾ ਇਹਦੀ ਸਥਾਪਨਾ ਕੀਤੀ, ਸਨ ਫਰਾਂਸਿਸਕੋ, ਕਿੱਥੇ, USA ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਸੋਹਣ ਸਿੰਘ ਭਕਨਾ ਸੀਗੇ, ਧਿਆਨ ਰੱਖਿਓ, ਸੋਹਣ ਸਿੰਘ ਭਕਨਾ, ਇਹਦੇ ਕੀ ਸੀਗੇ, ਇਹਦੇ ਪਹਿਲੇ ਪ੍ਰਧਾਨ ਵੀ ਸੀਗੇ, ਠੀਕ ਹੈ, ਫਸਟ ਪ੍ਰੈਜ਼ੀਡੈਂਟ ਰਹੇ ਆ ਭਕਨਾ ਜੀ। ਉਸ ਤੋਂ ਬਾਅਦ ਇਹਨਾਂ ਨੇ ਇੱਕ ਫੇਮਸ ਆ ਜਿਹੜਾ ਨਿਊਜ਼ਪੇਪਰ ਪਬਲਿਸ਼ ਕੀਤਾ ਸੀ, ਯੁਗਾਂਤਰ। ਯੁਗਾਂਤਰ ਜਿਹੜਾ ਫੇਮਸ ਨਿਊਜ਼ਪੇਪਰ ਆ ਜਿਹੜਾ ਪਬਲਿਸ਼ ਦੁਆਰਾ ਕੀਤਾ ਗਿਆ ਸੀ, ਇਹ ਵੀ ਤੁਸੀਂ ਪੁਆਇੰਟ ਧਿਆਨ ਰੱਖਣਾ। ਅੱਛਾ ਹੁਆ। ਅਗਲਾ ਪ੍ਰਸ਼ਨ, ਆਨਸਰ ਕਰਿਓ ਯਾਰ ਜਲਦੀ, ਮੈਂ ਕਮੈਂਟ ਸੈਕਸ਼ਨ 'ਚ ਮੈਨੂੰ ਆਨਸਰ ਚਾਹੀਦੇ ਆ। ਫਿਰ ਮੈਂ ਦੇਖਦਾ ਕਿਹੜੇ ਬੱਚੇ ਕਿਹੜੇ ਸਹੀ ਆਨਸਰ। लाइन याद आई है। कहते जी, बिना बूंदों की बारिश का, बिना बूंदों के बारिश का एहसास कैसे होगा, जुनून हो दिल में कि वो हताश कैसे। कहने का मतलब यह है कि जिंदगी ਦੇ ਵਿੱਚ ਜਨੂਨ ਚਾਹੀਦਾ ਹੈ। ਜ਼ਿੰਦਗੀ ਵਿੱਚ ਅਗਰ ਤੁਹਾਡੇ ਕੋਲ, ਤੁਹਾਡੇ ਦਿਮਾਗ ਤੇ, ਤੁਹਾਡੇ ਸਿਰ ਤੇ ਕੋਈ ਜਨੂਨ ਹੈ ਨਾ, ਵੀ ਅਸੀਂ ਸਾਡਾ ਆਹ ਟਾਰਗੇਟ ਆ, ਅਸੀਂ ਇਹਨੂੰ ਅਚੀਵ ਕਰਕੇ ਰਹਿਣਾ, ਤਾਂ ਉਹਦੇ ਵਿੱਚ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ, ठीक है। जुनून चाहिए जिंदगी में, जुनून लेके आओ भैया, ठीक है। अगर जुनून पैदा करना तो धोखा खा लो जिंदगी, ठीक है, धोखा खा लो जिंदगी ਦੇ ਵਿੱਚ ਕਿਤੇ ਨਾ ਕਿਤੇ।
मैं कहना भी थोनू नींद भी आ जाए तो कह दो जे मैनू, ठीक है। अगला प्रश्न, फर्स्ट गवर्नर जनरल ऑफ इंडिपेंडेंट इंडिया, कहते जी आजाद भारत का पहला गवर्नर जनरल कौन सी? ध्यान रखियो, आजाद भारत का जो पहला गवर्नर जनरल वो लॉर्ड माउंटबेटन। देखो जो लॉर्ड माउंटबेटन सी एक इंग्लिश बंदा सीगा, एक ही सीगा, एक इंग्लिश बंदा सी। जे गल करिए तो पहला इंडियन जिहड़ा की है जिहड़ा गवर्नर सीगा इंडिया का, ये सीगे जी सी राज गोपालाचारी। सी राज गोपालाचारी ये सीगे पहले परसन सीगे जिहड़े इंडिया के प्रधानमंत्री सी। ये फस्ट एंड लास्ट सी, ठीक है जी, फस्ट एंड लास्ट। उस तो बाद जिहड़ा गवर्नर जनरल की पोस्ट कर दिता गया सी ते इत्थे प्रेजिडेंट राष्ट्रपति की बना दी गई। ये पॉइंट तुसी नोट करके रख। क्लीयर है जी? चलो बहुत वधिया। अगला प्रश्न, अच्छा कहते जी फिर इंपॉर्टेंट पॉइंट आ गया, एक मिनट। चलो जी अगला प्रश्न, अगला प्रश्न की कह रहा है जी फर्स्ट एंड इंपॉर्टेंट। अच्छा जी चलो पढ़ते हैं, देखते हैं की इंपॉर्टेंट है। कहते जी द फर्स्ट गवर्नर जनरल ऑफ बंगाल, बंगाल का जो पहला गवर्नर जनरल सी वो सीगा वारन हेस्टिंग, मोस्ट इंपॉर्टेंट, ठीक है जी। इनका टाइम पीरियड सीगा 1772 तो लैके 1785 तक। वारन हेस्टिंग पहला गवर्नर जनरल ऑफ बंगाल सी, ठीक है जी। जे कला पूछ ले गवर्नर ऑफ बंगाल, ये सीगा रॉबर्ट क्लाइव। रॉबर्ट क्लाइव ये तुसीं ध्यान रखना, रॉबर्ट क्लाइव पहला गवर्नर ऑफ बंगाल सी। गवर्नर जनरल वारन हेस्टिंग हो गया। कहते ਜਿਹੜਾ ਚਾਰਟਰ ਐਕਟ 1833 ਦੇ ਵਿੱਚ ਆਇਆ ਸੀ, ਇਹ ਗਵਰਨਰ ਜਨਰਲ ਆਫ ਬੰਗਾਲ ਸੀਗਾ ਉਸ ਸਮੇਂ ਇੰਡੀਆ ਦਾ। ਇਸੇ ਤਹਿਤ ਕੀਆ ਐਂਡ ਵਿਲੀਅਮ ਬੈਂਟਿਕ ਵਾਸ ਦਾ ਫਸਟ ਗਵਰਨਰ ਆਫ ਬ੍ਰਿਟਿਸ਼ ਇੰਡੀਆ। ਕਹਿੰਦੇ ਜੀ 1833 ਦੇ ਵਿੱਚ ਹੀ ਜਿਹੜਾ ਇਹ ਗਵਰਨਰ ਜਨਰਲ ਆਫ ਬ੍ਰਿਟਿਸ਼ ਇੰਡੀਆ ਦਾ ਬਣਾ ਦਿੱਤਾ ਗਿਆ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਲਾਰਡ ਕੈਨਿੰਗ ਦੀ ਗੱਲ ਕਰ ਲੈਂਦੇ ਆ। ਇਹ ਹੈ ਜੀ ਪਹਿਲਾ ਫਸਟ ਵਾਇਸਰਾय ਆਫ ਬ੍ਰਿਟਿਸ਼ ਇੰਡੀਆ। ਬ੍ਰਿਟਿਸ਼ ਇੰਡੀਆ ਦਾ ਪਹਿਲਾ ਵਾਇਸਰਾय ਕਿਹਨੂੰ ਬਣਾ ਦਿੱਤਾ ਗਿਆ ਸੀ? ਇਹ ਵੀ ਤੁਸੀਂ ਧਿਆਨ ਰੱਖਣਾ, ਇੰਪੋਰਟੈਂਟ, ਲਾਰਡ ਕੈਨਿੰਗ ਨੂੰ। ਲਾਰਡ ਮਾਊਂਟਬੈਟਨ ਜਿਹਨੂੰ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਆਜ਼ਾਦ ਭਾਰਤ ਦਾ 1947 ਦੇ ਵਿੱਚ ਜਿਹੜਾ ਵਾਇਸਰਾय ਸੀ ਉਹ ਲਾਰਡ ਮਾਊਂਟਬੈਟਨ ਸੀ। ਤੇ ਸੀ ਰਾਜਗੋਪਾਲਾਚਾਰੀ ਆ ਜਿਹੜੇ ਇਹ ਲਾਸਟ ਗਵਰਨਰ ਜਨਰਲ ਸੀ ਤੇ ਪਹਿਲੇ ਭਾਰਤੀ ਸੀ। ਇਹ ਵੀ ਇੰਪੋਰਟੈਂਟ ਤੁਸੀਂ ਯਾਦ ਰੱਖਣੇ ਆ ਇਹਨਾਂ ਨੂੰ। ਇਹ ਪਹਿਲੇ ਅਜਿਹੇ ਭਾਰਤੀ ਆ ਜਿਨ੍ਹਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ, ਠੀਕ ਹੈ ਜੀ। ਭਾਰਤ ਰਤਨ ਜਲਦੀ ਟੌਪਿਕ ਲੈ ਕੇ ਆਉਣਾ ਸਟੈਟਿਕ ਦੇ ਵਿੱਚ, ਠੀਕ ਹੈ। ਭਾਰਤ ਰਤਨ ਯਾਦ ਆ ਮੈਨੂੰ ਸਾਰਾ ਕੁਝ ਹੀ, ਵੀ ਕਿਹੜੇ ਕਿਹੜੇ ਟੌਪਿਕਾਂ 'ਚ ਕੁਐਸਚਨ ਆਉਣੇ ਆ। ਅਗਲਾ ਕੁਐਸਚਨ ਕਹਿੰਦੇ ਜਿਹੜਾ ਪੂਨਾ ਪੈਕਟ ਆ ਇਹ 1932 ਦੇ ਵਿੱਚ ਆ ਜਿਹੜਾ ਇਹ ਹੋਇਆ ਸੀ। ਇਹ ਐਗਰੀਮੈਂਟ ਕਿੰਦੇ ਕਿੰਦੇ ਵਿਚਕਾਰ ਸੀ? ਦੇਖੋ ਪੂਨਾ ਪੈਕਟ ਆ ਜਿਹੜਾ ਇਹ ਹੋਇਆ ਸੀ ਆਪਣੇ, ਤੁਹਾਨੂੰ ਵੈਸੇ ਤਾਂ ਆਨਸਰ ਦੇਖ ਹੀ ਗਿਆ, ਫਿਰ ਵੀ ਦੇਖ ਲਓ ਕਿੱਥੇ ਆ। ਅੰਬੇਦਕਰ ਸਾਹਿਬ ਤੇ ਮਹਾਤਮਾ ਗਾਂਧੀ ਜੀ, ਧਿਆਨ ਰੱਖਿਓ ਡਾਕਟਰ ਬੀ ਆਰ ਅੰਬੇਦਕਰ ਤੇ ਮਹਾਤਮਾ ਗਾਂਧੀ ਵਿਚਕਾਰ ਸਮਝੌਤਾ ਹੋਇਆ ਸੀ। ਇਸ ਐਗਰੀਮੈਂਟ ਇਹ ਕਿੰਦੇ ਕਿੰਦੇ ਵਿਚਕਾਰ ਸੀ? ਬਾਬਾ ਸਾਹਿਬ ਅੰਬੇਦਕਰ ਤੇ ਮਹਾਤਮਾ ਗਾਂਧੀ ਵਿਚਕਾਰ ਹੋਇਆ ਸੀ। ਇਹ ਸਾਈਨ ਹੋਇਆ ਸੀ 24 ਸਤੰਬਰ 1932 ਦੇ ਵਿੱਚ। ਉਸ ਸਮੇਂ ਜਿਹੜੇ ਮਹਾਤਮਾ ਗਾਂਧੀ ਆ ਉਹ ਪੂਨੇ ਦੀ ਯਾਦਵਾੜਾ ਜੇਲ੍ਹ ਦੇ ਵਿੱਚ ਸੀ, ਬਟ ਮਹਾਤਮਾ ਗਾਂਧੀ ਯਾਦਵਾੜਾ ਜੇਲ੍ਹ ਦੇ ਵਿੱਚ ਸੀ, ਇਸ ਕਰਕੇ ਉਹਨਾਂ ਦੀ ਥਾਂ ਤੇ ਗਏ ਸੀ ਮਦਨ ਮੋਹਨ ਮਾਲਵੀਆ। ਧਿਆਨ ਰੱਖਿਓ ਮਦਨ ਮੋਹਨ ਮਾਲਵੀਆ ਜਿਹੜੇ ਆ ਉਹ ਸਾਈਨ ਕਰਨ ਵਾਸਤੇ ਗਏ ਸੀ। ਪਲੱਸ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸਨ, ਰਜਿੰਦਰ ਪ੍ਰਸਾਦ। ਰਜਿੰਦਰ ਪ੍ਰਸਾਦ ਇਹ ਧਿਆਨ ਰੱਖਿਓ ਮਹਾਤਮਾ ਗਾਂਧੀ ਦੀ ਤਰਫ ਤੋਂ ਸਾਈਨ ਕਰਨ ਵਾਸਤੇ ਮਦਨ ਮੋਹਨ ਮਾਲਵੀਆ ਤੇ ਰਜਿੰਦਰ ਪ੍ਰਸਾਦ ਆਏ ਸਨ, ਕਿਉਂਕਿ ਮਹਾਤਮਾ ਗਾਂਧੀ ਉਸ ਸਮੇਂ ਪੂਨੇ ਦੀ ਯਾਦਵਾੜਾ ਜੇਲ੍ਹ ਦੇ ਵਿੱਚ ਸੀ। ਉਸ ਤੋਂ ਬਾਅਦ ਇਸੇ ਵਿੱਚ ਇੰਪੋਰਟੈਂਟ ਗੱਲ ਕਰ ਲੈਂਦੇ ਆ ਕਿ ਪੂਨਾ ਪੈਕਟ ਹੋਇਆ ਕਿਉਂ ਸੀ। ਦੇਖੋ ਜਿਹੜੇ ਬੀ ਆਰ ਅੰਬੇਦਕਰ ਸਾਹਿਬ ਸੀਗੇ ਇਹ ਐਸਸੀ ਤੇ ਐਸਟੀ ਕਮਿਊਨਿਟੀ ਵਾਸਤੇ ਸਪੈਸ਼ਲ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਸੀ, ਬਟ ਮਹਾਤਮਾ ਗਾਂਧੀ ਜੀ ਨੇ ਇਹਨਾਂ ਨੂੰ ਸ਼ੋਰ ਕੀਤਾ ਸੀ ਕਿ ਜਿਵੇਂ ਹੀ ਇੰਡੀਆ ਆਜ਼ਾਦ ਹੋਵੇਗਾ ਐਸਸੀ ਤੇ ਐਸਟੀ ਕਮਿਊਨਿਟੀ ਵਾਸਤੇ ਕੀ ਆ ਅਲੱਗ ਤੋਂ ਜਿਹੜੀ ਰਿਜ਼ਰਵੇਸ਼ਨ ਆ ਅਸੀਂ ਦੇਵਾਂਗੇ। ਇਸ ਕਰਕੇ ਇਹ ਜਿਹੜਾ ਸਮਝੌਤਾ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਜੀ ਕਹਿੰਦੇ ਜੀ ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਆਥਰ ਆਫ ਇੰਡੀਕਾ। ਕਹਿੰਦੇ ਜੀ ਇਹਨਾਂ ਵਿੱਚੋਂ ਇੰਡੀਕਾ ਕਿਤਾਬ ਦਾ ਆਥਰ ਕਿਹਨੂੰ ਕਿਹਾ ਜਾਂਦਾ? ਤਾਂ ਧਿਆਨ ਰੱਖਿਓ ਇੰਡੀਕਾ ਜਿਹੜਾ ਇੰਡੀਕਾ ਦਾ ਆਥਰ ਆ, ਇੰਡੀਕਾ ਰਿਪਬਲਿਕ ਵੀ ਬੋਲ ਦਿੰਦੇ ਆ ਇਹਨੂੰ, ਇਹਦੇ ਆਥਰ ਆ ਜੀ ਮੈਗਸਥਨੀਜ਼। ਮੈਗਸਥਨੀਜ਼ ਕੌਣ ਆ? ਧਿਆਨ ਰੱਖਿਓ ਮੈਗਸਥਨੀਜ਼ ਆ ਜਿਹੜੀ ਇਹਨਾਂ ਨੂੰ ਸੈਲੂਕਸ ਨਿਕੇਟਰ ਨੇ ਭੇਜਿਆ ਸੀ। ਸੈਲੂਕਸ ਨਿਕੇਟਰ, ਦੇਖੋ ਸੈਲੂਕਸ ਨਿਕੇਟਰ ਨੇ ਇਹਨਾਂ ਨੂੰ ਭਾਰਤ ਵਿੱਚ ਕਿਉਂ ਭੇਜਿਆ ਸੀ? ਦੇਖੋ ਸੈਲੂਕਸ ਨਿਕੇਟਰ ਆ ਇਹਨਾਂ ਦੀ ਜਿਹੜੀ ਬੇਟੀ ਸੀ, ਬੇਟੀ ਦਾ ਨਾਮ ਸੀ ਹੈਲੀਨਾ। ਸੈਲੂਕਸ ਨਿਕੇਟਰ ਦੀ ਬੇਟੀ ਹੈਲੀਨਾ ਸੀ, ਜਿਹੜੀ ਹੈਲੀਨਾ ਦੀ ਮੈਰਿਜ ਹੋਈ ਸੀ ਇਹ ਹੋਈ ਸੀ ਚੰਦਰਗੁਪਤ ਨਾਲ। ਚੰਦਰਗੁਪਤ ਮੌਰਿਆ ਨਾਲ ਮੈਰਿਜ ਹੋਈ ਸੀ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸੈਲੂਕਸ ਨਿਕੇਟਰ ਨੂੰ ਇੰਡੀਆ ਵਿੱਚ ਭੇਜਿਆ ਸੀ। ਸੌਰੀ ਸੈਲੂਕਸ ਨਿਕੇਟਰ ਨੇ ਮੈਗਸਥਨੀਜ਼ ਨੂੰ ਇੰਡੀਆ ਵਿੱਚ ਭੇਜਿਆ ਸੀ ਕਿ ਦੇਖੋ ਜਿਹੜਾ ਸਾਡਾ ਜਵਾਈ ਰਾਜਾ ਉਹ ਕੀ ਕੰਮਕਾਰ ਸਹੀ ਤਰੀਕੇ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ, ਠੀਕ ਹੈ, ਜਾਂਚ ਪੜਤਾਲ ਵਾਸਤੇ ਭੇਜਿਆ। ਬਸ ਇਹ ਧਿਆਨ ਰੱਖਿਓ।
ਕਹਿੰਦੇ ਦਰਬਾਰ ਦੇ ਵਿੱਚ ਆਏ ਸੀ, ਇਹ ਧਿਆਨ ਰੱਖਿਓ, ਚੰਦਰਗੁਪਤ ਮੌਰਿਆ ਦੇ ਵਿੱਚ। ਚਲੋ ਜੀ ਨੈਕਸਟ ਪ੍ਰਸ਼ਨ, ਕਹਿੰਦੇ ਜੀ ਅਸ਼ੋਕਾ ਨੇ ਤੀਜੀ ਬੁੱਧਿਸਟ ਕਾਉਂਸਲ ਕਰਵਾਈ ਸੀ, ਠੀਕ ਹੈ ਜੀ, ਮੰਨ ਲਈ ਅਸ਼ੋਕਾ ਨੇ ਕਹਿੰਦੇ ਤੀਜੀ ਬੁੱਧਿਸਟ ਕਾਉਂਸਲ ਕਰਵਾਈ ਸੀ ਪਾਟਲੀਪੁੱਤਰ ਦੇ ਵਿੱਚ, ਓਕੇ ਜੀ। ਤੇ ਕਹਿੰਦੇ ਕਿਹੜੇ ਈਅਰ ਦੇ ਵਿੱਚ ਕਰਾਈ ਸੀ? ਦੇਖੋ ਤਿੰਨ ਜਿਹੜੀਆਂ ਬੁੱਧਿਸਟ ਕਾਉਂਸਲਾਂ ਹੋਈਆਂ, 483 BC ਦੇ ਵਿੱਚ ਹੋਈ ਆ ਇੱਕ ਤਾਂ, ਇੱਕ ਹੋਈ ਆ ਜੀ 383 BC ਦੇ ਵਿੱਚ ਹੋਈ ਆ, ਇੱਕ 250 BC ਦੇ ਵਿੱਚ ਹੋਈ ਆ, ਤੇ ਇੱਕ 78 AD ਦੇ ਵਿੱਚ ਹੋਈ, ਠੀਕ ਹੈ, ਇਹ BC ਚ ਹੋਈ। BC ਦਾ ਮਤਲਬ ਬਿਫੋਰ ਕ੍ਰਾਈਸਟ ਆ। ਪਹਿਲੀ ਜਿਹੜੀ ਮੀਟਿੰਗ ਆ ਇਹ ਕਰਾਈ ਸੀ ਅਜਾਤ ਸ਼ਤਰੂ, ਅਜਾਤ ਸ਼ਤਰੂ ਨੇ ਪਹਿਲੀ ਮੀਟਿੰਗ ਕਰਵਾਈ ਸੀ। ਦੂਜੀ ਮੀਟਿੰਗ ਆ ਜਿਹੜੀ ਇਹ ਕਰਵਾਈ ਸੀ ਕਾਲਾ ਸ਼ੋਕ ਨੇ, ਕਾਲਾ ਸ਼ੋਕ ਨੇ ਕੀ ਆ ਦੂਜੀ ਮੀਟਿੰਗ ਕਰਵਾਈ ਸੀ। ਤੇ ਤੀਜੀ ਮੀਟਿੰਗ ਤੁਹਾਨੂੰ ਸਭ ਨੂੰ ਪਤਾ ਹੀ ਆ, ਜਿਵੇਂ ਕੁਐਸਚਨ ਦੇ ਵਿੱਚ ਲਿਖਿਆ ਹੋਇਆ, ਇਹ ਆ ਜੀ ਕਿੰਨੇ ਕਰਵਾਈ ਸੀ? ਅਸ਼ੋਕਾ ਦਾ ਗ੍ਰੇਟ ਨੇ। ਚੌਥੀ ਮੀਟਿੰਗ ਦੀ ਗੱਲ ਕਰਦੇ ਆ, ਚੌਥੀ ਮੀਟਿੰਗ ਕਰਵਾਈ ਆ ਕਨਿਸ਼ਕ। ਕਲੀਅਰ ਆ? ਇਹ ਚਾਰ ਮੀਟਿੰਗਾਂ, ਸਾਰੀ ਮੀਟਿੰਗਾਂ ਧਿਆਨ ਰੱਖਣੀਆਂ। ਅੱਗੇ ਡਿਟੇਲ ਵੀ ਦਿੱਤੀ ਹੋਈ ਆ, ਆਹ ਡਿਟੇਲ ਨੂੰ ਸਕਰੀਨਸ਼ਾਟ ਮਾਰੋ ਜਲਦੀ, ਡਿਟੇਲ ਦਾ ਸਕਰੀਨਸ਼ਾਟ ਜਲਦੀ ਤੋਂ ਜਲਦੀ ਮਾਰੋ। ਕਰ ਲਿਆ ਜੀ। ਦੇਖੋ ਜਿਵੇਂ ਪਹਿਲੀ ਜਿਹੜੀ ਬੁੱਧਿਸਟ ਕਾਉਂਸਲ ਹੈ ਇਹ 483 ਚ ਹੋਈ ਸੀ, ਇਹ ਵੈਨਿਊ ਯਾਦ ਰੱਖਣਾ ਦਾ ਰਾਜਗੀਰ। ਤੇ ਦੂਜਾ ਜੀ ਰਾਜਗੀਰ ਤੋਂ ਬਾਅਦ ਚੇਅਰਮੈਨ ਦਾ ਮੋਸਟ ਇੰਪੋਰਟੈਂਟ ਆ ਜਿਹੜਾ, ਦੇਖੋ ਜਿਹੜੀ PSSB ਆ ਨਾ, ਉਹ ਵੱਧ ਤੋਂ ਵੱਧ ਹੁਣ ਕੁਐਸਚਨ ਜਿਹੜੇ ਫਰੇਮ ਕਰਨੇ ਸਟਾਰਟ ਕਰਤੇ ਉਹਨੇ, ਕਿ ਪੰਜਾਬ GK ਜਿਹੜੀ ਉਹ ਇੰਨੀ ਜ਼ਿਆਦਾ ਵਾਸਟ ਹੈ ਨਹੀਂ ਗੀ। ਪੰਜਾਬ GK ਦੀ ਧਿਆਨ ਰੱਖਿਓ, ਮੈਂ ਮੈਰਾਥਨ ਲੈ ਕੇ ਆ ਰਿਹਾ ਬਹੁਤ ਵੱਡੀ, ਠੀਕ ਹੈ, ਆਪਣੀ 4 ਤੋਂ 5 ਘੰਟੇ ਦੀ ਕਲਾਸ ਰਹੇਗੀ, ਜਲਦ ਹੀ ਤੁਹਾਨੂੰ ਪੰਜਾਬ GK ਦੀ ਕੀ ਆ ਵੱਡੀ ਸਾਰੀ ਮੈਰਾਥਨ ਦੇਖੋ, ਠੀਕ ਹੈ। ਇਹਦੇ ਵਿੱਚ ਹੀ ਚੱਲਦੇ ਆ, ਇਹਦੇ ਵਿੱਚ ਇੰਪੋਰਟੈਂਟ ਗੱਲ ਕਰਨਾ ਹੈ। ਕਹਿੰਦੇ ਜੀ ਪਹਿਲੀ ਬੁੱਧਿਸਟ ਮੀਟਿੰਗ ਆ 483 ਰਾਜਗੀਰ ਦੇ ਵਿੱਚ ਹੋਈ ਸੀ, ਮਹਾ ਕਸਾਪਾ ਨੇ ਕਰਾਈ ਸੀ। ਕਿਹਨੇ ਕਰਾਈ ਸੀ? ਮਹਾ ਕਸਾਪਾ ਚੇਅਰਮੈਨ ਸੀ, ਤੇ ਉਸ ਸਮੇਂ ਰਾਜਾ ਸੀ ਅਜਾਤ ਸ਼ਤਰੂ, ਮੈਂ ਪਿੱਛੇ ਦੱਸ। ਦੂਜੀ ਮੀਟਿੰਗ ਆ ਜਿਹੜੀ, ਪਹਿਲਾਂ ਮਹਾ ਕਸਾਪਾ, ਫਿਰ ਸੱਬਾ ਕੰਮੀ, ਫਿਰ ਮੋਗਲੀ ਤਿੱਸਾ, ਤੇ ਲਾਸਟ ਗੱਲ ਕਰਦੇ ਆ ਅਸ਼ੋਕ। ਆਹ ਚਾਰ ਚੇਅਰਮੈਨ ਯਾਦ ਰੱਖਿਓ, ਠੀਕ ਹੈ, ਮਹਾ ਕਸਾਪਾ, ਸੱਬਾ ਕੰਮੀ, ਮੋਗਲੀ ਤਿੱਸਾ ਤੇ ਅਸ਼ਵ ਘੋਸ਼, ਇਹ ਚਾਰ ਰੱਖਿਓ। ਇਹ 78 AD ਹੈ ਜੀ, ਠੀਕ ਹੈ, ਇਹ ਧਿਆਨ ਰੱਖੋ 78 AD। ਨੈਕਸਟ ਪ੍ਰਸ਼ਨ ਪੜੋ ਜੀ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਟ੍ਰਾਈਬਲ ਰਿਬੈਲੀਅਨ ਵਾਸ ਮੇਡ ਫੇਮਸ ਬਾय द ਬੰਕਿਮ ਚੰਦਰ। ਦੇਖੋ ਕਹਿੰਦੇ ਆ ਜੀ ਜਿਹੜੇ ਬੰਕਿਮ ਚੰਦਰ ਚੈਟਰਜੀ ਨੇ ਆਪਣਾ ਜਿਹੜਾ ਨਾਵਲ ਲਿਖਿਆ ਸੀ ਆਨੰਦ ਮਠ, ਉਹ ਇਹਨਾਂ ਵਿੱਚੋਂ ਕਿਹੜੀ ਟ੍ਰਾਈਬਲ ਦੇ ਵਿੱਚੋਂ ਨਿਕਲ ਕੇ ਆਇਆ ਸੀ? ਤਾਂ ਧਿਆਨ ਰੱਖਿਓ ਇੱਕ ਰਿਵੋਲਟ ਚੱਲਿਆ ਸੀ ਸੰਨਿਆਸੀ ਰਿਵੋਲਟ, ਸੰਨਿਆਸੀ ਰਿਵੋਲਟ ਆ ਜਿਹੜਾ, ਇਹਦੇ ਵਿੱਚੋਂ ਇੱਕ ਜਿਹੜਾ ਨਿਕਲ ਕੇ ਆਇਆ ਸੀ ਕਿਹੜਾ? ਆਨੰਦ ਮਠ। ਬੁੱਕ ਆ ਜਿਹੜੀ ਆਨੰਦ ਮਠ ਸੰਨਿਆਸੀ ਰਿਵੋਲਟ ਤੋਂ ਨਿਕਲੀ, ਠੀਕ ਹੈ। ਇਹਦੇ ਰਾਈਟ ਪਬਲਿਸ਼ ਕਦੋਂ ਹੋਈ ਸੀ? 1882 ਈਸਵੀ, ਠੀਕ ਹੈ ਜੀ। ਬੰਕਿਮ ਚੰਦਰ ਚੈਟਰਜੀ ਨੇ ਕੀਤਾ ਕੀ ਇੰਪੋਰਟੈਂਟ ਧਿਆਨ ਰੱਖਿਓ, ਇਹਨਾਂ ਨੇ ਜਿਹੜਾ ਆਪਣਾ Song ਆ, ਨੈਸ਼ਨਲ Song ਆ ਜਿਹੜਾ ਬੰਦੇ ਮਾਤਰਮ, ਠੀਕ ਹੈ ਜੀ, ਬੰਦੇ ਮਾਤਰਮ ਨੈਸ਼ਨਲ Song ਆ ਜਿਹੜਾ, ਇਹਨੂੰ ਲਿਖਿਆ ਕਿਹਨੇ ਦੁਆਰਾ ਗਿਆ? ਬੰਕਿਮ ਚੰਦਰ ਚੈਟਰਜੀ, ਕਿਉਂਕਿ ਆਨੰਦ ਮਠ ਕਿਤਾਬ ਦੇ ਵਿੱਚ ਆ ਗਿਆ। ਇਹ ਇੰਪੋਰਟੈਂਟ ਪੁਆਇੰਟ ਨੇ, ਫੈਕਚੁਅਲ ਪੁਆਇੰਟ ਨੇ, ਸਾਰੇ ਪੁਆਇੰਟ ਆ ਜਿਹੜੇ ਇਹ ਨੋਟ ਕਰਕੇ। ਅਗਲਾ ਕਹਿ ਰਿਹਾ ਜੀ ਕੈਲਾਸ਼ਨਾਥ ਸ਼ਿਵਾ ਦਾ ਜਿਹੜਾ ਟੈਂਪਲ ਆ ਇਹ ਕਾਂਚੀਪੁਰਮ ਦੇ ਵਿੱਚ ਆ, ਇਹਨਾਂ ਵਿੱਚੋਂ ਕਿਹੜੇ ਰਾਜੇ ਦੁਆਰਾ ਇਹ ਜਿਹੜਾ ਮੰਦਿਰ ਬਣਾਇਆ ਗਿਆ? ਧਿਆਨ ਰੱਖਿਓ ਜਿਹੜਾ ਕੈਲਾਸ਼ ਮੰਦਿਰ ਆ ਜਿਹੜਾ ਇਹ ਕਾਂਚੀਪੁਰਮ ਵਿੱਚ ਆ, ਇਹ ਨਰਸਿਮਹਾ ਵਰਮਨ ਦੁਆਰਾ ਬਣਾਏ ਗਏ ਆ, ਠੀਕ ਹੈ ਜੀ। ਇਹ ਮੋਸਟ ਇੰਪੋਰਟੈਂਟ ਪੁਆਇੰਟ। ਹੁਣ ਗੱਲ ਕਰ ਲੈਂਦੇ ਆ ਜੀ, ਇਹ ਟੈਂਪਲ ਆ 685 AD ਵਿੱਚ ਬਣਨਾ ਸ਼ੁਰੂ ਹੋਇਆ ਸੀ, ਨਰਸਿਮਹਾ ਵਰਮਨ ਨੇ ਸਟਾਰਟ ਕੀਤਾ ਸੀ, ਠੀਕ ਹੈ ਜੀ, ਰਾਜਸਿਮਾ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ। ਤੇ ਉਸ ਤੋਂ ਬਾਅਦ ਗੱਲ ਕਰਦੇ ਨੇ ਮਹਿੰਦਰ, ਇਹ ਪੱਲਵ ਵੰਸ਼ ਤੋਂ ਬਿਲੋਂਗ ਕਰਦੇ ਸੀ, ਇਹ ਪੁਆਇੰਟ ਧਿਆਨ ਰੱਖਣਾ, ਪੱਲਵ ਵੰਸ਼ ਆ। ਮਹਿੰਦਰਾ ਵਰਮਨ 3 ਆ ਜਿਹੜਾ, ਇਹਨੇ ਕੀ ਕੀਤਾ ਸੀ? ਇੱਕ ਫੇਮਸ ਆ ਜਿਹੜਾ ਇਹਦੇ ਫਰੰਟ ਅੱਗੇ ਕੀ ਆ, ਇੱਕ ਸਾਹਮਣੇ ਟਾਵਰ ਬਿਲਟ ਕੀਤਾ। ਕਹਿੰਦੇ ਜੀ ਜਿਹੜੀ ਕਾਂਗਰਸ ਆ ਜਦੋਂ ਸੂਰਤ ਸਪਲਿਟ ਹੋਇਆ ਸੀ, ਕਾਂਗਰਸ ਸਪਲਿਟ ਹੋਈ ਆ, ਦੇਖੋ ਕਾਂਗਰਸ ਜੋ ਸਪਲਿਟ ਹੋਈ ਆ ਇਹ ਹੋਈ ਆ ਕਾਂਗਰਸ 1907 ਦੇ ਵਿੱਚ, ਕਾਂਗਰਸ ਦਾ ਵਿਭਾਜਨ ਹੋਇਆ। ਉਸ ਸਮੇਂ ਗੱਲ ਕਰਦੇ ਆ, ਕਹਿੰਦੇ ਜੀ ਪ੍ਰੈਜ਼ੀਡੈਂਟ ਕੌਣ ਸੀ? ਤਾਂ ਧਿਆਨ ਰੱਖਿਓ ਰਾਸ ਬਿਹਾਰੀ ਘੋਸ਼ ਆ ਜਿਹੜੇ, ਇਹ 1907 ਦੀ ਗੱਲ ਕਰਦੇ ਕਾਂਗਰਸ ਦੇ ਪ੍ਰੈਜ਼ੀਡੈਂਟ। ਉਸ ਸਮੇਂ ਕਾਂਗਰਸ ਆ ਜਿਹੜੀ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ, ਇੱਕ ਸੀਗਾ ਜੀ ਗਰਮ ਦਲ, ਇੱਕ ਸੀਗਾ ਨਰਮ ਦਲ, ਠੀਕ ਹੈ। ਨਰਮ ਦਲ ਦੇ ਵਿੱਚ ਗੋਪਾਲ ਕਿਹੜੇ ਕਿਹੜੇ ਸੀ? ਧਿਆਨ ਰੱਖਿਓ ਰਾਸ ਬਿਹਾਰੀ ਬੋਸ ਤੇ ਦਾਦਾ ਬਾਈ ਨਰੋਜੀ, ਠੀਕ ਹੈ ਜੀ, ਦਾਦਾ ਬਾਈ ਨਰੋਜੀ। ਤੇ ਹੋਰ ਜਿਹੜੇ ਫੇਮਸ ਜਿਹੜੇ ਲੀਡਰ ਸੀ ਸਾਇਲੈਂਟ ਆ ਜਿਹੜੇ ਏਜਡ ਲੀਡਰ। ਗਰਮ ਦਲ ਦੇ ਵਿੱਚ ਸੀਗਾ ਜੀ ਲਾਲ, ਪਾਲ ਤੇ ਪਾਲ, ਧਿਆਨ ਰੱਖਿਓ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਤੇ ਬਿਪਿਨ ਚੰਦਰ ਪਾਲ, ਇਹ ਤਿੰਨ ਬੰਦੇ ਸੀਗੇ ਜੀ ਗਰਮ ਦਲ ਦੇ।
1907 ਦੀ ਗੱਲ ਕਰਦੇ ਆ, ਇਹ ਜਿਹੜਾ ਸੈਸ਼ਨ ਆ ਜਿਹੜਾ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ ਕਾਂਗਰਸ, ਠੀਕ ਹੈ। ਤੇ ਨੈਕਸਟ ਇੰਪੋਰਟੈਂਟ ਪੁਆਇੰਟ ਆ ਸੈਸ਼ਨ ਦੇ ਬਾਰੇ ਗੱਲ ਕਰ ਲੈਂਦੇ ਆ। ਸਭ ਤੋਂ ਪਹਿਲਾਂ ਜਿਹੜਾ ਗੱਲ ਕਰਦੇ ਆ 1911 ਦੇ ਵਿੱਚ ਇਹ ਕਲਕੱਤਾ ਸੈਸ਼ਨ, ਇੱਥੇ ਜਿਹੜੀ ਕੈਪੀਟਲ ਟ੍ਰਾਂਸਫਰ ਕੀਤੀ, ਇਹ ਵੀ ਧਿਆਨ ਰੱਖਿਓ। ਪਰ ਹੋਰ ਇੰਪੋਰਟੈਂਟ ਦੀ ਗੱਲ ਕਰਦੇ ਆ 1906 ਦੇ ਸੈਸ਼ਨ ਦੀ ਗੱਲ ਕਰਦੇ ਆ, ਜਿਹਦੀ ਆਪਾਂ ਬਹੁਤ ਘੱਟ ਗੱਲ ਕਰਦੇ ਆ। ਇੱਥੇ ਪੂਰਨ ਸਵਰਾਜ ਦੀ ਮੰਗ ਕੀਤੀ, ਠੀਕ ਹੈ ਜੀ। ਪੂਰਨ ਸਵਰਾਜ ਦੀ ਪਹਿਲੀ ਵਾਰ ਮੰਗ ਕੀਤੀ ਗਈ ਦੁਆਰਾ ਤਾਂ ਦਾਦਾ ਭਾਈ ਨਰੋਜੀ। ਉਸ ਤੋਂ ਬਾਅਦ ਇੰਪੋਰਟੈਂਟ ਸੈਸ਼ਨ ਹੈ ਜੀ ਆਪਣੇ ਕੋਲ ਦਾ 1924 ਹੈ ਜਿਹੜਾ, ਇਹ ਸੈਸ਼ਨ ਦੇ ਵਿੱਚ ਮਹਾਤਮਾ ਗਾਂਧੀ ਹੈ ਜਿਹੜੇ ਇਹ ਪ੍ਰਧਾਨ ਰਹੇ ਸਨ, ਠੀਕ ਹੈ। 1925 ਦੇ ਵਿੱਚ ਗੱਲ ਕਰਦੇ ਆ, 1925 ਦੇ ਵਿੱਚ ਸਰੋਜਨੀ ਨਾਇਡੂ ਪ੍ਰਧਾਨ ਰਹੀ ਸੀ, ਧਿਆਨ ਰੱਖਣਾ। ਅਗਲਾ ਪ੍ਰਸ਼ਨ ਕਹਿੰਦੇ ਜੀ ਕ੍ਰਿਪਸ ਮਿਸ਼ਨ ਆ ਜਿਹੜਾ ਇਹ ਇੰਡੀਆ ਵਿੱਚ ਭਾਰਤ ਚ ਕਦੋਂ ਆਇਆ ਸੀ? ਧਿਆਨ ਰੱਖਿਓ ਕ੍ਰਿਪਸ ਮਿਸ਼ਨ ਆ ਜਿਹੜਾ ਭਾਰਤ ਵਿੱਚ ਆਇਆ ਸੀ 1942 ਦੇ ਵਿੱਚ। ਇਹਦਾ ਪੂਰਾ ਨਾਮ ਸੀ ਸਟੈਫਰਡ ਕ੍ਰਿਪਸ, ਇਹਦੀ ਸਟੈਫਰਡ ਕ੍ਰਿਪਸ ਇਹਦਾ ਪੂਰਾ ਨਾਮ ਸੀ। ਮਹਾਤਮਾ ਗਾਂਧੀ ਨੇ ਇਸ ਮਿਸ਼ਨ ਨੂੰ ਕਿਹਾ ਸੀਗਾ ਪੋਸਟ ਡੇਟਡ ਚੈੱਕ, ਠੀਕ ਹੈ ਜੀ। ਪੋਸਟ ਡੇਟਡ ਚੈੱਕ ਮਹਾਤਮਾ ਗਾਂਧੀ ਨੇ ਇਸ ਮਿਸ਼ਨ, ਪੁਆਇੰਟ ਧਿਆਨ ਦੇ ਵਿੱਚ ਰੱਖੋ। ਅਗਲਾ ਪ੍ਰਸ਼ਨ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜੀ ਬੈਟਲ ਕਰੈਕਟਲੀ ਮੈਚ ਨਹੀਂ ਖਾਂਦੀ? ਕਿਹੜੀ ਬੈਟਲ ਆ ਜਿਹੜੀ ਮੈਚ ਨਹੀਂ ਖਾਂਦੀ? ਰਿਕਾਰਡਿੰਗ ਚ ਆ ਚੈੱਕ ਕਰ, ਸਭ ਕੁਝ ਓਕੇ ਹੈ ਨਾ ਜੀ? ਸਭ ਕੁਝ ਹਾਂਜੀ, ਚੱਲਦੇ ਆ ਅਗਲੇ ਪ੍ਰਸ਼ਨ ਤੇ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚ ਨਹੀਂ, ਕਰੈਕਟਲੀ ਮੈਚ ਨਹੀਂ ਖਾਤਾ। ਮੈਚ ਦੀ ਕਾਲਮ ਖੇਡਣ ਤਾਂ ਇੰਨਾ ਮਜ਼ਾ ਆਉਂਦਾ ਨਾ, ਜੇਕਰ ਤੁਹਾਨੂੰ ਪਤਾ ਕੁਛ, ਨਹੀਂ ਤਾਂ ਕੁਛ ਵੀ, ਠੀਕ ਹੈ। ਹੁਣ ਆਪਾਂ ਤੁਹਾਨੂੰ ਮੈਂ ਸਿਖਾ ਦੇਣਾ ਸਾਰਾ ਕੁਝ ਹੀ, ਬਸ ਬਣੇ ਰਹੋ ਚੈਨਲ ਦੇ ਨਾਲ। ਕਹਿੰਦੇ ਜੀ ਬੈਟਲ ਆਫ ਪਾਣੀਪਤ, ਪਾਣੀਪਤ ਦੀ ਜਿਹੜੀ ਬੈਟਲ ਆ ਇਹ 1526, ਖਨਵਾ ਦਾ ਯੁੱਧ ਆ 1527 ਦੇ ਵਿੱਚ, ਤੇਰੀ ਦਾ ਯੁੱਧ 1528 ਦੇ ਵਿੱਚ, ਘਾਗਰਾ ਦਾ ਯੁੱਧ ਹੋਇਆ 1529, ਲਗਾਤਾਰ ਹੀ ਆ, ਠੀਕ ਹੈ ਜੀ। ਚਲੋ ਪਾਣੀਪਤ ਦਾ ਜਿਹੜਾ ਯੁੱਧ ਆ 1526 ਚ ਬਾਬਰ ਤੇ ਇਬਰਾਹਿਮ ਲੋਧੀ ਆ, ਬਿਲਕੁਲ ਸਹੀ। ਦੂਜਾ ਯੁੱਧ ਆ ਬਾਬਰ ਤੇ ਰਾਣਾ ਸੰਗਾ, ਬਿਲਕੁਲ। ਤੇ ਤੀਜਾ ਯੁੱਧ ਆ ਬਾਬਰ ਤੇ ਸ਼ੇਰਸ਼ਾਹ ਸੂਰੀ, ਨਹੀਂ ਜੀ ਸ਼ੇਰਸ਼ਾਹ ਸੂਰੀ ਨਹੀਂ ਇੱਥੇ ਆਉਣਾ ਸੀਗਾ ਤੁਹਾਡਾ ਮੇਦਨੀ, ਠੀਕ ਹੈ। ਇਹ ਜਿਹੜੀ ਬੈਟਲ ਹੋਈ ਸੀ ਮੇਦਨੀ ਰਾਏ ਦੇ ਨਾਲ, ਮੇਦਨੀ ਰਾਏ ਆ ਜਿਹੜਾ ਉਹਦੇ ਨਾਲ ਬੈਟਲ ਹੋਈ ਸੀ। ਘਾਗਰਾ ਦਾ ਯੁੱਧ ਇਹ ਅਫਗਾਨ ਫੋਰਸ, ਬਿਲਕੁਲ ਸਹੀ, ਠੀਕ ਹੈ। ਇਹ ਸਾਰੀਆਂ ਇੰਪੋਰਟੈਂਟ ਬੈਟਲਸ ਆ, ਇਹਦੇ ਵਿੱਚ ਕਰੈਕਟ ਆਨਸਰ ਇਹ ਸੌਰੀ ਸੀ ਨਿਕਲ ਕੇ ਆਇਆ, ਸੀ ਆਪਣਾ ਜਿਹੜਾ ਕਰੈਕਟ ਆਨਸਰ ਕੀ ਹੈ ਜੀ? ਸੀ ਉੱਤਰ ਆ, ਇਹ ਮੈਚ ਨਹੀਂ ਖਾਂਦਾ। ਹੁਣ ਇੰਪੋਰਟੈਂਟ ਬੈਟਲਸ ਦੀ ਗੱਲ ਕਰ ਲੈਂਦੇ ਆ, ਕਿਹੜੀਆਂ ਜਿਹੜੀਆਂ ਇੰਪੋਰਟੈਂਟ ਬੈਟਲਸ ਆ ਦੇਖ। ਕਹਿੰਦੇ ਪਾਣੀਪਤ ਦਾ ਪਹਿਲਾ ਯੁੱਧ 1526 ਦੇ ਵਿੱਚ ਹੋਇਆ ਸੀ, ਕਿਹਦੇ ਵਿਚਕਾਰ? ਬਾਬਰ ਤੇ ਇਬਰਾਹਿਮ ਲੋਧੀ ਵਿਚਕਾਰ ਇਹ ਬੈਟਲ। ਗੱਲ ਕਰਦੇ ਆ ਖਨਵਾ ਦਾ ਯੁੱਧ ਹੈ ਜਿਹੜਾ ਇਹ ਬਾਬਰ ਤੇ ਰਾਣਾ ਸੰਗਾ ਦੇ ਵਿੱਚ ਕੌਣ ਜਿੱਤ ਗਿਆ ਸੀ? ਬਾਬਰ। ਗੱਲ ਕਰਦੇ ਆ ਤੀਜੇ ਦੀ ਚੰਦੀਰੀ ਦਾ ਯੁੱਧ ਆ ਜਿਹੜਾ ਇਹ 28 ਦੇ ਵਿੱਚ ਹੋਇਆ ਸੀ, ਬਾਬਰ ਤੇ ਮੇਦਨੀ, ਆ ਧਿਆਨ ਰੱਖਿਓ। ਗੱਲ ਕਰਦੇ ਆ ਬੈਟਲ ਆਫ ਘਾਗਰਾ ਦੀ, ਘਾਗਰਾ ਦਾ ਯੁੱਧ 15 ਸੀ, ਇਹ ਹੋਇਆ ਸੀ ਅਫਗਾਨਾਂ ਦੇ ਨਾਲ, ਠੀਕ ਹੈ ਜੀ, ਧਿਆਨ ਰੱਖਣਾ। ਗੱਲ ਕਰਦੇ ਆ ਜੀ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਮੁਹੰਮਦ ਗੌਰੀ ਆ ਇਹ ਭਾਰਤ ਵਿੱਚ, ਪਹਿਲਾਂ ਧਿਆਨ ਰੱਖਿਓ ਭਾਰਤ ਵਿੱਚ ਗੌਰੀ ਆਇਆ ਸੀ। ਮੁਹੰਮਦ ਗੌਰੀ ਨੇ ਦੋ ਇੰਪੋਰਟੈਂਟ ਬੈਟਲਸ ਇਤਿਹਾਸ ਦੇ ਵਿੱਚ ਬਹੁਤ ਵਾਰ ਪਈ। ਇਹ ਬੈਟਲ ਆ ਜੀ ਤਰਾਇਣ ਫਸਟ, ਬੈਟਲ ਆਫ ਤਰਾਇਣ ਫਸਟ 1191 ਦੇ ਵਿੱਚ ਹੋਈ ਹੈ। ਬੈਟਲ ਆਫ ਤਰਾਇਣ ਸੈਕਿੰਡ ਆ ਜਿਹੜੀ ਇਹ 1192 ਦੇ ਵਿੱਚ। ਉਹਨੇ ਲਗਾਤਾਰ ਬੈਟਲਸ ਆ, ਫਸਟ ਬੈਟਲ ਤੇ ਸੈਕਿੰਡ ਬੈਟਲ। ਜਿਹੜੀ ਫਸਟ ਬੈਟਲ ਦੀ ਗੱਲ ਕਰ ਲੈਂਦੇ ਆ, ਜਿਹੜੀ ਫਸਟ ਬੈਟਲ ਆ ਇਹ ਕਿਹਦੇ ਵਿਚਕਾਰ ਹੋਈ ਹੈ? ਧਿਆਨ ਰੱਖਿਓ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿੱਚ। ਇਸ ਬੈਟਲ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤ ਗਏ ਸੀ, ਮੁਹੰਮਦ ਗੌਰੀ ਹਾਰ ਗਿਆ ਸੀ। ਉਸ ਤੋਂ ਬਾਅਦ ਦੂਜੀ ਬੈਟਲ ਦੀ ਵੀ ਗੱਲ ਕਰ ਲੈਂਦੇ ਆ, ਇਹ ਵੀ ਸੇਮ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਹੈ। ਜਿਹੜਾ ਮੁਹੰਮਦ ਗੌਰੀ ਆ ਸੈਕਿੰਡ ਬੈਟਲ ਦੇ ਵਿੱਚ ਜਿੱਤ, ਪ੍ਰਿਥਵੀ ਰਾਜ ਚੌਹਾਨ ਹਾਰ ਗਏ ਸਨ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਫਗਾਨ ਲੈ ਗਿਆ ਸੀ, ਠੀਕ ਹੈ। ਤੇ ਪ੍ਰਿਥਵੀ ਰਾਜ ਚੌਹਾਨ ਦੇ ਜਿਹੜੇ ਅਵਸ਼ੇਸ਼ ਆ ਇਹ ਆ ਜੀ ਇਹ ਰਾਣਾ ਸਿੰਘ ਆ ਜੀ, ਕੋਈ ਰਾਣਾ ਸਿੰਘ ਬੜਾ ਤਕੜਾ ਬੰਦਾ, ਕੋਈ ਫੇਮਸ, ਇੱਕ ਮੈਂ ਪੂਰੀ ਕਹਾਣੀ ਲੈ ਕੇ ਆਊਂਗਾ ਇਸ ਟੌਪਿਕ ਤੇ। ਸ਼ੇਰ ਸਿੰਘ ਰਾਣਾ ਇਹਦਾ ਪੂਰਾ ਨਾਮ ਹੈ, ਧਿਆਨ ਰੱਖਿਓ ਸ਼ੇਰ ਸਿੰਘ ਰਾਣਾ। ਇਸ ਬੰਦੇ ਨੇ ਕੀ ਆ ਅਫਗਾਨਿਸਤਾਨ ਦੇ ਵਿੱਚੋਂ ਪ੍ਰਿਥਵੀ ਰਾਜ ਚੌਹਾਨ ਜਿਹੜੇ ਅਵਸ਼ੇਸ਼ ਆ ਉਹ ਇੰਡੀਆ ਦੇ ਵਿੱਚ ਲੈ ਕੇ ਆਉਣ ਵਾਲਾ, ਭਾਰਤ ਚ ਲੈ ਕੇ ਆਉਣ ਵਾਲਾ ਇਹ ਬੰਦਾ ਸੀ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆ, ਕਹਿੰਦੇ ਜੀ ਇਨ ਵਿਚ ਈਅਰ ਮਹਾਤਮਾ ਗਾਂਧੀ ਤੇ ਇਰਵਿਨ ਪੈਕਟ ਆ ਜਿਹੜਾ ਸਾਈਨ ਹੋਇਆ?
ਧਿਆਨ ਰੱਖਿਓ ਮਹਾਤਮਾ ਗਾਂਧੀ ਤੇ ਇਰਵਿਨ ਪੈਕਟ ਦੇ ਵਿੱਚ ਸਮਝੌਤਾ ਇਹ 1932 ਦੇ ਵਿੱਚ ਹੋਇਆ ਸੀ। ਇਸ ਪੈਕਟ ਤੋਂ ਬਾਅਦ ਆ ਜਿਹੜਾ ਮਹਾਤਮਾ ਗਾਂਧੀ ਨੇ ਸੈਕੰਡ ਰਾਊਂਡ ਟੇਬਲ ਕਾਨਫਰੰਸ ਆ ਉਹਦੇ ਵਿੱਚ ਭਾਗ ਲਿਆ ਸੀ। ਜਿਹੜੀਆਂ ਰਾਊਂਡ ਟੇਬਲ ਕਾਨਫਰੰਸਾਂ ਉਹ ਰਾਊਂਡ ਟੇਬਲ 3 ਰਾਊਂਡ ਟੇਬਲ ਕਾਨਫਰੰਸ ਦੇ ਵਿੱਚੋਂ ਤਿੰਨੇ ਰਾਊਂਡ ਟੇਬਲ ਦੇ ਵਿੱਚੋਂ ਭਾਗ ਲੈਣ ਵਾਲਾ ਬੰਦਾ ਕੌਣ ਸੀਗਾ? ਧਿਆਨ ਰੱਖਿਓ BR ਸਾਹਿਬ ਅੰਬੇਦਕਰ ਸੀਗੇ। ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ, ਧਿਆਨ ਰੱਖਿਓ ਇੰਡੀਅਨ ਨੈਸ਼ਨਲ ਕਾਂਗਰਸ ਸੀ, ਇਹਨੇ ਪਾਰਟਿਸਿਪੇਟ ਕੀਤਾ ਸੀ ਸੈਕੰਡ ਰਾਊਂਡ ਟੇਬਲ, ਇਹ ਵੀ ਤੁਸੀਂ ਧਿਆਨ ਰੱਖਿਓ। ਤੇ ਕਿੰਨੇ ਲੀਡ ਕੀਤਾ ਸੀਗਾ? ਧਿਆਨ ਰੱਖਿਓ ਬਾਪੂ ਜੀ ਨੇ ਲੀਡ ਕੀਤਾ ਸੀ, ਮਹਾਤਮਾ ਗਾਂਧੀ ਜੀ ਨੇ। ਚਲੋ ਜੀ ਆ ਧਿਆਨ ਰੱਖਿਓ 5 ਮਾਰਚ 1900, ਕਈ ਵਾਰ ਡੇਟ ਵੀ ਪੁੱਛ। ਅਗਲਾ ਪ੍ਰਸ਼ਨ ਤੁਹਾਡੇ ਲਈ ਹੈ ਜੀ, ਤੁਹਾਡੇ ਵਾਸਤੇ ਮੈਂ ਹੋਮਵਰਕ ਛੱਡ ਰਿਹਾ, ਇਹ ਕੁਐਸਚਨ ਲਈ ਮੈਂ ਤੁਹਾਡੇ ਵਾਸਤੇ ਕੀ ਹੋਮਵਰਕ ਛੱਡ ਰਿਹਾ, ਤੁਸੀਂ ਕਰਨਾ ਇਸ ਕੁਐਸਚਨ ਦਾ ਆਨਸਰ ਦੇਣਾ। ਕਹਿੰਦੇ ਜੀ ਕਿਹੜਾ ਵਾਇਸਰਾਏ ਆਫ ਇੰਡੀਆ ਦਾ, ਹੂ ਵਾਸ ਦਾ ਫਸਟ, ਪਹਿਲਾ ਵਾਇਸਰਾਏ, ਲਾਰਡ ਕਰਜ਼ਨ ਆ, ਕੈਨਿੰਗ ਆ, ਮਾਊਂਟਬੈਟਨ ਆ, ਕਿ ਹੈਸਟਿੰਗ ਆ, ਠੀਕ ਆ। ਕਮੈਂਟ ਦੇ ਵਿੱਚ ਮੈਨੂੰ ਆਨਸਰ ਚਾਹੀਦਾ। ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤੇ ਘੰਟੀਆਂ ਵਜਾ ਦਿਓ। ਇਹਨਾਂ ਬੱਚਿਆਂ ਨੇ ਹਜੇ ਤੱਕ ਟੈਲੀਗ੍ਰਾਮ ਚੈਨਲ ਬੌਬੀ ਸਰ ਜੀਐਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿੰਨੀਆਂ ਵੀ ਇੰਪੋਰਟੈਂਟ PDF ਆ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਣਗੇ, ਠੀਕ ਹੈ ਜੀ। ਥੈਂਕ ਯੂ ਸੋ ਮਚ, ਬਾਏ ਬਾਏ, ਹੈਵ ਅ ਨਾਈਸ ਡੇ, ਸਵੀਟ ਡ੍ਰੀਮ, ਟੇਕ ਕੇਅਰ। ਤੇ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਆਪਦੀ ਜਿਹੜੀ ਤੁਹਾਡੀ ਮਿਹਨਤ ਆ ਉਹ ਤੁਹਾਡੀ ਸਾਕਾਰ ਕਰੇ। ਧੰਨਵਾਦ ਜੀ।